ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇਰੇ ਦਿਨਾਂ ਦੀ ਚੱਲ ਰਹੀ ਲੰਮੀ ਲੜੀ ਵਿੱਚੋਂ ਕੱਲ ਰੋਜ਼ ਆਪਾਂ ਗੱਲ ਇੱਥੇ ਛੱਡੀ ਸੀ। ਅਹਿਮਦ ਸ਼ਾਹ ਅਬਦਾਲੀ ਤੀਸਰੇ ਹਮਲੇ ਵੇਲੇ ਮੀਰ ਮੰਨੂ ਨੂੰ ਪਕੜ ਲੈਂਦਾ ਹੈ, ਕਿਉਂਕਿ ਉਸ ਵੇਲੇ ਜਿਹੜੇ ਬਾਕੀ ਸਾਥੀ ਨੇ ਉਹ ਚੜ੍ਹਾਈ ਕਰ ਜਾਂਦੇ ਨੇ, ਮਾਰੇ ਜਾਂਦੇ ਨੇ ਜੰਗ ਦੇ ਮੈਦਾਨ ਵਿੱਚ। ਦੀਵਾਨ ਕੌੜਾ ਮੱਲ, ਅਦੀਨਾ ਬੇਗ, ਇਹਨਾਂ ਤੋਂ ਬਿਨਾਂ ਉਹ ਜਿਹੜਾ ਮੀਰ ਮੰਨੂ ਹੈ ਉਹਦੇ ਹੱਥ ਵੱਸ ਆ ਜਾਂਦਾ ਹੈ। ਮੀਰ ਮੰਨੂ ਨੂੰ ਸਾਹਮਣੇ ਖਿਲਾਰ ਕੇ ਭਾਵੇਂ ਉਹਦੇ ਬੇੜੀਆਂ ਪਾਈਆਂ ਨੇ, ਪਰ ਅਹਿਮਦ ਸ਼ਾਹ ਅਬਦਾਲੀ ਨੇ ਉਹਦੇ ਨਾਲ ਇੱਕ ਸਾਂਝ ਪਾਈ, ਕਿਉਂਕਿ ਉਹਨੂੰ ਪਿਛਲੀ ਜ਼ਿੱਦ ਵੀ ਸੀ। ਜਿਹੜਾ ਪਹਿਲਾ ਹਮਲਾ ਹੋਇਆ ਸੀ ਉਹ ਹੋਇਆ ਸੀ ਮਨੂਪੁਰ ਦੇ ਵਿੱਚ, ਉੱਥੇ ਇਹ ਅਬਦਾਲੀ ਹਾਰ ਗਿਆ ਸੀ, ਜ਼ਿਕਰ ਆ ਚੁੱਕਾ ਹੋਇਆ ਪਹਿਲਾਂ। ਦੂਜੀ ਵਾਰੀ ਇਹਨੇ ਫੈਸਲਾ ਕਰ ਲਿਆ ਸੀ ਵੀ ਮੈਂ 14 ਲੱਖ ਰੁਪਈਆ ਦੇਵਾਂਗਾ, ਪਰ ਸਿਰਫ 9 ਲੱਖ ਰੁਪਈਆ ਭੇਜ ਕੇ ਸੁਖ ਜੀਵਨ ਨਾਂ ਦੇ ਬੰਦੇ ਨੂੰ ਇਹਨੇ ਵਾਪਸ ਭੇਜ ਦਿੱਤਾ। ਉਹ ਅਬਦਾਲੀ ਦਾ ਵਿਚੋਲਾ ਸੀ। ਹੁਣ ਤੀਜੇ ਜੰਗ ਦੇ ਵਿੱਚ ਜਦੋਂ ਇਹ ਫਿਰ ਪਕੜਿਆ ਗਿਆ, ਹੁਣ ਇਹਨੂੰ ਅਬਦਾਲੀ ਸਾਹਮਣੇ ਖਿਲਾਰ ਕੇ ਇੱਕ ਗੱਲ ਕਹਿੰਦਾ ਵੀ ਸਜਣਾ, ਇਹ ਦੱਸ ਵੀ ਮੈਂ ਤੇਰੇ ਨਾਲ ਕਿਹੋ ਜਿਹਾ ਸਲੂਕ ਕਰਾਂ। ਉਹਦੇ ਵਿੱਚ 6 ਸਵਾਲ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖੇ ਨੇ ਤੇ 3 ਸਵਾਲ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਲਿਖੇ ਨੇ। ਪ੍ਰਿੰਸੀਪਲ ਵਾਲੇ 6 ਸਵਾਲ ਨੇ। ਉਹਨੇ ਪਹਿਲਾਂ ਕਿਹਾ ਵੀ ਤੂੰ ਅੱਜ ਮੇਰੀ ਸ਼ਰਨ ਵਿੱਚ ਆਇਆ ਹੈ, ਚਲ ਪਹਿਲਾਂ ਕਿਉਂ ਨਹੀਂ ਮੇਰੀ ਸ਼ਰਨ ਵਿੱਚ ਆਇਆ? ਉਹਨੇ ਆਖਿਆ, ਮੀਰ ਮੰਨੂ ਨੇ ਜਵਾਬ ਦਿੱਤਾ, ਪਹਿਲਾਂ ਮੈਂ ਕਿਸੇ ਹੋਰ ਦਾ ਸਾਂ। ਉਹਨੇ ਦੂਜਾ ਸਵਾਲ ਕੀਤਾ ਅਹਿਮਦ ਸ਼ਾਹ ਅਬਦਾਲੀ ਨੇ ਵੀ ਜਿਹਦਾ ਤੂੰ ਸੀ ਤੇ ਉਹ ਤੇਰੀ ਮਦਦ ਤੇ ਕਿਉਂ ਨਹੀਂ ਆਇਆ? ਉਹਨੇ ਜਵਾਬ ਦਿੱਤਾ, ਮੀਰ ਮੰਨੂ ਨੇ ਕਹਿਣ ਲੱਗਿਆ, ਮੈਨੂੰ ਆਪਣੇ ਫੌਜਾਂ ਤੇ ਆਪਣੇ ਆਪ ਦੇ ਉੱਤੇ ਬਹੁਤ ਮਾਣ ਸੀ ਤੇ ਇਸ ਲਈ ਮੈਂ ਉਹਦੀ ਆਸ ਵੀ ਨਹੀਂ ਬਹੁਤੀ ਤੱਕੀ, ਮੈਂ ਆਪਣੇ ਪੈਰਾਂ ਤੇ ਖਲੋ ਕੇ ਵੇਖਣਾ ਚਾਹਿਆ। ਤੀਜੀ ਗੱਲ ਉਹਨੇ ਇੱਕ ਗੱਲ ਹੋਰ ਕਹੀ ਜਿਹੜੀ ਨਾਲ ਲੱਗਦੀ ਹੈ। ਉਹਨੇ ਨਾਲ ਇਹਦੇ ਇੱਕ ਇਹ ਗੱਲ ਪੁੱਛੀ, ਕਹਿਣ ਲੱਗੇ ਵੀ ਸਜਣਾ ਤੂੰ ਵਾਰ-ਵਾਰ ਟਕਰਾ ਕੇ ਮੈਂ ਖਿਮਾ ਮੰਗਣਾ ਹੈ, ਇਹ ਤੇਰੇ ਜੀਵਨ ਦੀ ਕੀ ਧਾਰਾ? ਉਹਨੇ ਆਖਿਆ ਰਾਜਨੀਤੀ ਹੈ, ਰਾਜਨੀਤੀ ਵਿੱਚ ਸਭ ਕੁਝ ਚੱਲਦਾ ਹੈ। ਇਹ ਗੱਲ ਚੇਤਾ ਰੱਖਿਓ, ਜੇ ਸਿਰਫ ਮੈਂ ਲੜੀ 'ਚ ਹੀ ਰਹਿਣਾ ਚਾਹੁੰਦਾ। ਜਿਹੜੇ ਬੰਦੇ, ਰਾਜਨੀਤੀ ਦੇ ਕਸੂਲ ਦੱਸਣ ਲੱਗਾ ਸਾਂ, ਜਿਹੜੇ ਬੰਦੇ ਨੇ ਪਹਿਲੇ 4 ਦਿਨ ਹੱਥ ਨਹੀਂ ਜੋੜੇ ਉਹ ਜ਼ਿੰਦਗੀ 'ਚ ਕਿਸੇ ਕੋਲੋਂ ਹੱਥ ਜੁੜਵਾ ਨਹੀਂ ਸਕਦਾ। ਜਿਹੜਾ ਬੰਦਾ ਚੰਦ ਰੋਜ਼ ਸਿਰ ਝੁਕਾ ਕੇ ਨਹੀਂ ਤੁਰਿਆ ਉਹ ਆਪਣੇ ਅੱਗੇ ਕਿਸੇ ਦਾ ਸਿਰ ਝੁਕਵਾ ਵੀ ਨਹੀਂ ਸਕਦਾ। ਰਾਜਨੀਤਿਕ ਬੰਦੇ ਚੰਦ ਕੁ ਰੋਜ਼ ਹੁੰਦੇ ਨੇ, ਉਹ ਹੱਥ ਵੀ ਜੋੜਦੇ ਨੇ, ਸਿਰ ਵੀ ਝੁਕਾਉਂਦੇ ਨੇ, ਉਦੋਂ ਤਾਂ ਇਉਂ ਲੱਗਦਾ ਵੀ ਜਿਵੇਂ ਮੇਰੀ ਮਾਸੀ ਦਾ ਹੀ ਲੜਕਾ ਹੋਵੇ, ਇਸ ਤੋਂ ਸਕਾ ਕੋਈ ਹੋ ਹੀ ਨਹੀਂ ਸਕਦਾ, ਉਦੋਂ ਇਉਂ ਲੱਗੇਗਾ। ਪਰ ਲੇਕਿਨ ਉਸ ਤੋਂ ਚੰਦ ਰੋਜ਼ ਬਾਅਦ ਜਦੋਂ ਫਿਰ ਤੁਸੀਂ ਮਿਲਣਾ ਵੀ ਚਾਹੋ ਤੇ ਫਿਰ ਮਿਲ ਨਹੀਂ ਸਕੋਗੇ। ਖੈਰ, ਆਪਣੀ ਗੱਲ ਵੱਲ ਚਲਾ। ਉਹਨਾਂ ਕਿ ਰਾਜਨੀਤੀ ਹੈ। ਜਿਹੜੇ 3 ਸਵਾਲ ਹੋਰ ਉਹ ਨੇ, ਉਹ ਸਾਂਝੇ ਨੇ ਸਾਰੇ ਵਿਦਵਾਨਾਂ ਦੇ। ਉਹ ਸਵਾਲ ਇਹ ਨੇ, ਕਹਿਣ ਲੱਗੇ ਵੀ ਸਜਣਾ ਮੈਨੂੰ ਇਹ ਗੱਲ ਦਾ ਜਵਾਬ ਦੇ ਵੀ ਮੈਂ ਤੇਰੇ ਨਾਲ ਕਿਹੋ ਜਿਹਾ ਸਲੂਕ ਕਰਾਂ। ਹੁਣ ਇਹਨੇ 3 ਜਵਾਬ ਦਿੱਤੇ ਨੇ ਮੀਰ ਮੰਨੂ ਨੇ। ਕਹਿਣ ਲੱਗੇ, ਜੇ ਤਾਂ ਤੂੰ ਦੁਕਾਨਦਾਰ ਹੈ ਤਾਂ ਮੈਨੂੰ ਵੇਚ ਦੇ, ਮੈਂ ਗੁਲਾਮ ਬਣ ਗਿਆ ਹੁਣ ਤੇਰਾ। ਗੁਲਾਮ ਬੜੇ ਮਹਿੰਗੇ ਭਾਅ ਵਿਕਿਆ ਕਰਦੇ ਨੇ ਇਹੋ ਜਿਹੇ, ਤੇ ਤੂੰ ਮੈਨੂੰ ਵੇਚ ਲੈ। ਦੂਜੀ ਗੱਲ ਇਹ ਵੀ ਜੇ ਤੂੰ ਇੱਕ ਕਸਾਈ ਹੈ ਤਾਂ ਮੇਰਾ ਸਿਰ ਵੱਢ ਦੇ, ਮੈਨੂੰ ਮਾਰ ਦੇ, ਮੇਰੀ ਮੌਤ ਸਾਹਮਣੇ ਹੈ। ਜੇ ਤੂੰ ਇੱਕ ਚੰਗਾ ਰਾਜਨੀਤਿਕ ਬਾਦਸ਼ਾਹ ਹੈ, ਮਾਲਕ ਬਣਦਾ ਤਾਂ ਫਿਰ ਮੈਨੂੰ ਮਾਫ ਕਰ ਦੇ, ਤਾਂ ਮੈਂ ਤੇਰੇ ਕੋਲੋਂ ਖਿਮਾ ਮੰਗਦਾ। ਕਿਉਂਕਿ ਇੱਕ ਹਾਕਮ ਦੇ ਕੋਲੋਂ ਖਿਮਾ ਮੰਗਣੀ, ਮਾਲਕ ਦੇ ਕੋਲੋਂ ਖਿਮਾ ਮੰਗਣੀ ਇਹ ਜਾਇਜ਼ ਬਣਦੀ। ਹੁਣ ਇਸ ਵੇਲੇ ਤੂੰ ਮਾਲਕ ਹੈ। ਉਹ ਇੰਨਾ ਖੁਸ਼ ਹੋਇਆ ਮੀਰ ਮੰਨੂ ਦੇ ਉੱਤੇ, ਉਹਨੇ ਉਹਨੂੰ ਵਾਪਸ ਛੱਡ ਦਿੱਤਾ ਤੇ ਫਿਰ ਦੁਬਾਰੇ ਲਾਹੌਰ ਦਾ ਉਹਨੂੰ ਮੁਖੀਆ ਬਣਾ ਕੇ ਅਹਿਮਦ ਸ਼ਾਹ ਅਬਦਾਲੀ ਵਾਪਸ ਚਲਾ ਗਿਆ।
इस तो बाद उन्हें बड़े कहर कीते। ਇਹ ਜ਼ਿਕਰ ਆਪਾਂ ਕੱਲ ਰੋਜ਼ ਥੋੜਾ ਜਿਹਾ ਸਾਂਝਾ ਕੀਤਾ ਸੀ। ਅੱਜ ਉਸ ਤੋਂ ਅਗਲੀ ਲੜੀ ਜਿਹੜੀ ਸਾਂਝ ਪਾਉਣੀ ਚਾਹੁੰਦਾ। 1753 ਦੇ ਵਿੱਚ, ਇਹ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹੋਇਆ ਵਾਂ, 1752 ਤੇ 53 ਦਾ ਇਹ ਤੀਜਾ ਹਮਲਾ ਸੀ ਅਹਿਮਦ ਸ਼ਾਹ ਅਬਦਾਲੀ ਦਾ, ਜਿਹਦੀ ਮੈਂ ਤੁਹਾਨੂੰ ਸਾਂਝ ਪਾਈ ਹੈ। ਅੱਗੇ ਗੱਲ ਤੋਰੀਏ। ਅਕਤੂਬਰ ਦੇ ਮਹੀਨੇ 9 ਅਕਤੂਬਰ 1753 ਨੂੰ उस दिन सिख तवारीख तुहानूं रोंदी नजर आएगी। उस दिन एक महान जरनैल, महान सूरमा, जिहदे उत्ते सिख कौम ने बहुत माण कीता है, वो नवाब कपूर सिंह चढ़ाई कर गया 9 अक्तूबर 1753। भावें सिख जगत विच हरक सोग तो गल उत्ते दी है। जो नर दुख में दुख नहीं माने, सुख सने अर पैनी जांके, कंचन माटी माने, नहन दया ने उस्तर जांके, लोभ मोह अवमाना, हरख सोग ते रहे नियारो, नाहे मान अपमाना। पर उस दिन सिख जगत विच सब तो वध सोग मनाया गया। एक दूजे ना चाहते होए भी दिल उदास सन, जिस दिन नवाब कपूर सिंह चढ़ाई कीता है। थोड़ा जिहा पिछोकड़ दस के मैं अगे गल तोरां। सिख कौम का फखर 1697 ਦੇ ਵਿੱਚ ਜੰਮਿਆ ਸੀ। ਦਲੀਪ ਸਿੰਘ ਵਿਰਕ ਦੇ ਘਰ ਜਦੋਂ ਇਹਦਾ ਜਨਮ ਹੋਇਆ ਸ਼ੇਖੂਪੁਰੇ ਚ ਹੋਇਆ, ਪਰ ਉੱਥੇ ਬਹੁਤਾ ਸਮਾਂ ਰਿਹਾ ਨਹੀਂ। ਇਹ ਵਾਪਸ ਆ ਗਏ ਸਾਰਾ ਪਰਿਵਾਰ ਤੇ ਅੰਮ੍ਰਿਤਸਰ ਸਾਹਿਬ ਦੇ ਲਾਗੇ ਇੱਕ ਨਗਰ ਦਾ ਨਾਮ ਹੈ ਫੈਜ਼ਲਪੁਰ, फैजलापुर भी लिखिया। उत्थे जाके बसनीक बन गया ते इहदे नाल सदा लई जुड़ गया फैजलपुरिया। एक मिसल भी दास ने तुहाडे नाल साझी कीती सी। फैजलपुरिया मिसल दा जिहड़ा मुखी सी ओह नवाब कपूर सिंह सी। फैजलपुर विच आके रहन लग पिया ते बड़ा बहादुर सूरमा सी। माता पिता दे मन विच तमन्ना भी सी। इहने भाई मनी सिंह होरां दे कोलों अमृत छकिया, भाव उस पंजा कोलों अमृत छकिया। गुरु दे चरनां विच जुड़ के ने बहुत सेवा की। 1733 दे विच खास करके चमक के सामने आया जदों नवाबी दे वेले इहनूं नवाबी दित्ती गई। सुबेग सिंह विचोला बन के आया सी। 1733 तो लैके 1753 तक 20 साल सिख कौम मान करदी हो जे सूरमियां ते। 20 साल इस गुरु के प्यारे ने पिछा परत के नहीं वेखिया। हरेक जंग युद्ध विच जितने भी उत्थे योग हो सके उन्हां विच हिस्सा लिया। ते यह 9 अक्तूबर 1753 दे विच ये चढ़ाई कर गया। एक जंग दे दरमियान इहदे पट विच गोली लग गई सी। असल विच ओह इलाज ते किन्ने चिरां दा कर रहे सन, पर लेकिन उस ना खुराकां मिलण दे कारण, बहुतियां मुसीबतां झलण दे कारण, क्योंकि कानू बाण दे शंभ विच इह सी ते उदों बहुत मुसीबतां इहो जिहियां झलण दे कारण शरीर कमजोर हो गया सी, जिहदे करके वो लगी हुई गोली जिहड़ी सी ना वक्त सिर दवाई मिलण करके वो ठीक ना हो सकी। उस दिन ये 9 अक्तूबर नूं चढ़ाई कर गया। बड़ा औखा सी वो वक्त सिखां लई। जस्सा सिंह आलूवालिया इहनूं पालिया सी नवाब कपूर सिंह ने पुੱਤ बना के, ते इहदे सिर जिम्मेवारी बहुती पई। इस नवाब कपूर सिंह दा संस्कार किया गया उस बाबा अटल राय, बाबा अटल जिहदा छोटा नाम है बाबा अटल, ते उस अमृतसर साहब दे बिल्कुल जिथे हरमंदर साहब दरबार साहब उहदे बिल्कुल लागे है ये स्थान बनया, ते उत्थे नवाब कपूर सिंह नूं अंतिम संस्कार किया गया। 1753 विच ही एक होर घटना वापरदी है। वो ये वापरदी है, मीर मन्नू ने अत चुकी हुई सी। हुण जदों दा उहदे पक्ष विच बादशाह खलो गया सी अहमद शाह अब्दाली, ते उदों दा उहनूं प्रतीत हुंदा सी भी इत्थों वाला बंदा कोई मेरे सामने अख नहीं चुक सकेगा। इन्हां गल्लां नूं मद्देनज़र रखदिआं मीर मन्नू ने अत करी हुई सी कहर दी। वो तुहाडे नाल मैं साझी कर चुका होया वां भी किवें
जेल੍ਹਾਂ ਦੇ ਵਿੱਚ ਰੱਖ ਕੇ ਬੱਚਿਆਂ ਦੀਆਂ ਸ਼ਹਾਦਤਾਂ ਤੇ ਸਵਾ ਸਵਾ ਮਣ ਦੇ ਪੀਸਣੇ ਇਹ ਇਸੇ ਮੀਰ ਮੰਨੂ ਦੇ ਵਕਤ ਦੀ ਗੱਲ ਹੈ। ਲਾਹੌਰ ਜੇਲ੍ਹ ਵਿੱਚ 1753 ਦੇ ਵਿੱਚ ਇਸ ਮੀਰ ਮੰਨੂ ਨੇ ਇੱਕ ਚੌਂਕੀ ਬਣਾਈ ਮਲਕਪੁਰ ਪਿੰਡ ਵਿੱਚ। ਮਲਕਪੁਰ ਪਿੰਡ ਜਿਹੜਾ ਹਰਮੰਦਰ ਸਾਹਿਬ ਤੋਂ ਕੁਝ ਦੂਰੀ ਉੱਤੇ, ਲਾਹੌਰ ਤੋਂ 25 ਕਿਲੋਮੀਟਰ ਦੂਰੀ ਉੱਤੇ ਇੱਕ ਸੜਕ ਦੇ ਉੱਤੇ ਆ। ਉਦੋਂ ਸ਼ਾਹੀ ਸੜਕ ਇਹ ਹੋਇਆ ਕਰਦੀ ਸੀ ਤੇ ਉਸ ਸੜਕ ਦੇ ਉੱਤੇ ਇਹ ਬਣਾਇਆ ਇਹਨੇ ਨਗਰ ਦੇ ਵਿੱਚ ਚੌਂਕੀ ਬਣਾਈ। ਖਿਮਾ ਕਰਿਓ, ਉਹ ਚੌਂਕੀ ਇਸ ਲਈ ਬਣਾਈ ਵੀ ਜਿਹੜੇ ਵੀ ਲੋਕ ਅੰਮ੍ਰਿਤਸਰ ਸਾਹਿਬ ਜਾਂਦੇ ਨੇ, ਮੇਰੇ ਇੰਨੇ ਸਖਤੀ ਕਰਨ ਦੇ ਬਾਵਜੂਦ ਵੀ ਸਿੱਖ ਵੇਲੇ ਕਵੇਲੇ ਹਰਮੰਦਰ ਸਾਹਿਬ ਜਾਂਦੇ ਸਨ। ਹਰਮੰਦਰ ਸਾਹਿਬ ਤੋਂ ਸਿੱਖ ਨਹੀਂ ਸੀ ਟੁੱਟਿਆ। ਇਹ 10 ਬਾਰ ਬੇਨਤੀ ਕਰਦਾ, ਹਾਲਾਂਕਿ ਉਹਨਾਂ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਉੱਥੇ ਨਹੀਂ ਸੀ, ਯਾਦ ਰੱਖਣ ਯੋਗ ਬਾਤ ਹੈ। ਫਿਰ ਵੀ ਸਿੱਖ ਹਰਮੰਦਰ ਸਾਹਿਬ ਜਾਂਦਾ ਸੀ। ਉਦੋਂ ਹਰਮੰਦਰ ਸਾਹਿਬ ਜਾਂਦੇ ਸਨ ਤੇ ਇਹਨੇ ਤਕੜਾਈ ਕਰਨ ਵਾਸਤੇ ਮਲਕਪੁਰ ਨਗਰ ਦੇ ਵਿੱਚ ਇੱਕ ਚੌਂਕੀ ਬਟਾ ਦਿੱਤੀ। ਖਵਾਜਾ ਮਿਰਜ਼ਾ ਉੱਥੋਂ ਦਾ ਇਹਨੇ ਇੰਚਾਰਜ ਬਣਾਇਆ। ਇਹ ਵੀ ਬਹੁਤ ਪਾਪੀ ਬਿਰਤੀ ਦਾ ਮਾਲਕ ਸੀ। ਇਹ ਜਦੋਂ ਕੋਈ ਇਹਦੇ ਸਿੱਖ ਕੈਦੀ ਫਸ ਜਾਂਦਾ ਸੀ ਨਾ ਵਿਚਾਰਾ ਕਿਸੇ ਗਾਹੇ ਬਗਾਹੇ, ਤੇ ਇਹ ਇੱਕ ਲੱਕੜ ਦਾ ਥੋੜਾ ਬਣਾ ਕੇ ਹੱਥਾਂ ਨੂੰ ਕੁੱਟਣਾ ਤੇ ਦੋਨੇ ਹੱਥਾਂ ਨੂੰ ਕੁੱਟਣਾ ਤੇ ਫਿਰ ਸਿਰ ਨੂੰ ਕੁੱਟ ਕੇ ਫੇਰ ਦੇਣਾ। ਇਹ ਲੱਕੜ ਦੇ ਨਾਲ ਮਾਰਿਆ ਕਰਦਾ ਸੀ ਇਹ ਮਿਰਜ਼ਾ, ਖਵਾਜਾ ਮਿਰਜ਼ਾ। ਬਹੁਤ ਸ਼ਹਾਦਤਾਂ ਦਿੱਤੀਆਂ ਨੇ ਸਿੱਖਾਂ ਨੇ। ਉਸ ਵੇਲੇ ਜਦੋਂ ਇਸ ਤਰ੍ਹਾਂ ਦੇ ਅਚਾਨਕ ਉਹਨਾਂ ਦਿਨਾਂ ਦੇ ਵਿੱਚ 10 ਨਵੰਬਰ ਕਿਵੇਂ ਕਰੇ ਜੇ ਨਵੰਬਰ ਦੀ 2 ਤਰੀਕ ਸੀ। ਨਵੰਬਰ ਦੀ 2 ਤਰੀਕ 1753 ਨੂੰ ਇਹ ਆਪ ਖੁਦ ਮਲਕਪੁਰ ਚੌਂਕੀ ਵਿੱਚ ਬੈਠਾ ਹੈ ਤੇ ਇਹਨੂੰ ਇੱਕ ਸੁਨੇਹਾ ਮਿਲਿਆ ਭਈ ਇੱਥੇ ਥੋੜੀ ਦੂਰੀ ਉੱਤੇ ਕੁਝ ਇੱਕ ਸਿੱਖ ਕਮਾਦ ਵਿੱਚ ਲੁਕੇ ਹੋਏ ਨੇ। ਹੁਣ ਵੀ ਲੁਕਦੇ ਰਹੇ ਨੇ। ਇਸ ਹਾਲਾਤਾਂ ਦੇ ਦਰਮਿਆਨ ਵੀ ਸਿੱਖ ਕਮਾਦ ਨੇ ਬੜਾ ਸਾਥ ਦਿੱਤਾ ਹੈ। ਇਹ ਕਈ ਵਾਰੀ ਜ਼ਿਕਰ ਆਏਗਾ। ਖੈਰ ਅੱਜ ਆਪਾਂ ਉਸ ਸੀਮਾ 'ਚ ਹੀ ਰਹਿਣਾ। ਇਹਨੂੰ ਪਤਾ ਲੱਗਿਆ ਵੀ ਕਮਾਦ ਵਿੱਚ ਸਿੱਖ ਲੁਕੇ ਹੋਏ ਨੇ। ਇਹਨੇ ਉਪਰਾਲਾ ਕੀਤਾ, ਐਡਾ ਹੰਕਾਰ ਵਿੱਚ ਆ ਗਿਆ। ਇਹਨੇ ਸੋਚਿਆ ਮੈਂ ਖੁਦ ਜਾਵਾਂ। ਹਾਲਾਂਕਿ ਨਾਲ ਦੇ ਸਾਥੀਆਂ ਨੇ ਆਖਿਆ ਵੀ ਤੂੰ ਨਾ ਆਪ ਨਾ ਜਾ, ਪਰ ਲੇਕਿਨ ਨਾ ਮੰਨਿਆ। ਜਦੋਂ ਮੱਤ ਮਾਰੀ ਜਾਂਦੀ ਹੈ ਨਾ ਇਹੋ ਜਿਹੇ ਪਾਪ ਕਰਨ ਵਾਲੇ ਬੰਦਿਆਂ ਦੀ, ਰੱਬ ਆਪੇ ਹੀ ਕੁਰਾਹੇ ਪਾ ਦਿੰਦਾ ਹੈ। ਉਹ ਵੀ ਤਾਂ ਅਕਸਰ ਜਿਹੜੇ ਪੜ੍ਹਦੇ ਸਨ ਰੋਜ਼ ਬਾਣੀ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੇ ਮਾਇਆ ਮਦਮਾਤਾ ਮਰਨਾ ਚੀਤ ਨਾ ਆਵੇ, ਮੇਰੇ ਰਾਮ ਰਾਏ ਤੂੰ ਸੰਤਾ ਕਰ ਸੰਤ ਤੇਰੇ, ਤੇਰੇ ਸੇਵਕ ਕੋ ਪੌਕਸ਼ ਨਹੀਂ, ਜਮ ਨਹੀਂ ਆਵੇ ਨੇਰੇ, ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁੱਖ ਨਾਸਾ। ਉਹ ਵੀ ਤੇ ਰੱਬ ਦੀ ਬਾਣੀ ਪੜ੍ਹਦੇ ਸਨ। ਇਹ ਗੱਲ ਵੱਖਰੀ ਵੀ ਸੱਚ ਨੂੰ ਸੂਲੀਆਂ ਹੁੰਦੀਆਂ ਆਈਆਂ। ਮੀਰ ਮੰਨੂ ਆਪਣੇ ਵੱਲੋਂ ਕੁਝ ਫੌਜ ਲੈ ਕੇ ਤੇ ਆਪ ਤਕੜਾ ਹੋ ਕੇ ਉਸ ਖੇਤ ਦੇ ਕੋਲ ਚਲਾ ਗਿਆ। ਚਾਰੇ ਪਾਸੇ ਘੇਰਾ ਪਾ ਲਿਆ। ਜਦੋਂ ਇਹਨੇ ਕੋਸ਼ਿਸ਼ ਕੀਤੀ ਭਈ ਮੈਂ ਇੱਥੇ ਸਿੱਖਾਂ ਨੂੰ ਅੰਦਰ ਜਾ ਕੇ ਭੁੰਨਦੇ ਆ, ਤੇ ਉਦੋਂ ਅਚਾਨਕ ਸਿੱਖਾਂ ਨੂੰ ਬਾਹਰ ਘੋੜਿਆਂ ਦੀ ਉਹ ਪੌੜਾਂ ਦੀ ਆਵਾਜ਼ ਤੇ ਘੋੜਿਆਂ ਦੇ ਜਾਂ ਉੱਥੇ ਹਿਣਕਣ ਦੀ ਆਵਾਜ਼ ਜਾਂ ਉੱਥੇ ਫੌਜ ਦੇ ਆਉਣ ਦੀ ਬਿੜਕ ਉਹਨਾਂ ਨੂੰ ਅੰਦਰ ਕਮਾਦ ਵਿੱਚ ਲੱਗ ਗਈ। ਗੁਰੂ ਕੇ ਸਿੱਖਾਂ ਨੇ ਦੇਖਿਆ ਵੀ ਸਭ ਤੋਂ ਪਹਿਲਾਂ ਮੁਖੀਆ ਮਾਰਨਾ ਜ਼ਰੂਰੀ ਹੁੰਦਾ ਸੀ, ਕਿਉਂਕਿ ਜੇ ਮੁਖੀਆ ਮਰ ਜਾਏ ਤੇ ਬਾਕੀ ਫੌਜ ਭੱਜ ਜਾਇਆ ਕਰਦੀ ਸੀ। ਜਦੋਂ ਉਹਨਾਂ ਨੇ ਮੀਰ ਮੰਨੂ ਦੀ ਭਾਲ ਕੀਤੀ ਕਮਾਦ ਦੇ ਵਿੱਚ ਫਿਰਦੇ ਆ, ਤੇ ਉਹਨਾਂ ਨੂੰ ਪਤਾ ਲੱਗੀ ਵੀ ਉਹ ਸਾਹਮਣੇ ਵਾਲੇ ਪਾਸੇ ਮੀਰ ਮੰਨੂ ਖਲੋਤਾ ਹੈ। ਮੀਰ ਮੰਨੂ ਵਾਲੇ ਪਾਸੇ ਇੰਨੇ ਕੁ ਇੱਕੋ ਵਾਰੀ ਗੋਲੀਆਂ ਖੋਲੀਆਂ ਉਹਨਾਂ ਨੇ, ਤੇ ਮੀਰ ਮੰਨੂ ਦਾ ਜਿਹੜਾ ਘੋੜਾ ਸੀ ਨਾ ਉਹ ਧਰਵਕ ਪਿਆ। ਉਸੇ ਵੇਲੇ ਭੱਜ ਗਿਆ, ਅਚਾਨਕ ਭੱਜਿਆ ਤੇ ਮੀਰ ਮੰਨੂ ਅਵੇਸਲਾ ਹੋ ਕੇ ਬੈਠਾ ਸੀ। ਇਹਦਾ ਉਹ ਘੋੜੇ ਤੋਂ ਡਿੱਗ ਪਿਆ। ਘੋੜੇ ਉੱਤੋਂ ਡਿੱਗਿਆ, ਇਹਦਾ ਇੱਕ ਪੈਰ ਰਕਾਬ 'ਚ ਫਸਿਆ ਰਹਿ ਗਿਆ। ਹੁਣ ਇਹ ਪਿੱਛੋਂ ਘੋੜੇ ਦੇ ਨਾਲ ਵੱਜਦਾ, ਘੋੜੇ ਦੀਆਂ ਲੱਤਾਂ ਦੇ ਨਾਲ ਵੱਜਦਾ, ਕਿਉਂਕਿ ਰਕਾਬ ਵਿੱਚ ਇੱਕ ਪੈਰ ਫਸਿਆ ਹੋਇਆ। ਜਿਉਂ ਘੋੜੇ ਦੀਆਂ ਲੱਤਾਂ ਦੇ ਨਾਲ ਵੱਜਦਾ ਤਿਉਂ ਘੋੜਾ ਡਰ ਕੇ ਹੋਰ ਭੱਜਦਾ।
इस पापी का इउं समझ लो भी अंग अंग ही समझ लो खिलर गया सी। तेरा बड़ा इलाज भी किया गया, पर लेकिन ये 3 नवंबर दी रात नूं 4 नवंबर दी सवेर नूं 1753 विचों पापी नरक सुधार गया। सिख जगत ने इस गल की खुशी भी मनाई, क्योंकि मीर मन्नू ने हद की सी। अपने वेले विच करीब इन्हें भी 30,000 गुरु के सिखां नूं शहीद किया है। एक बारी मैं फिर बेनती करां, असी अपना इतिहास दुनिया नूं दस ही नहीं सके। जिहड़ियां दे कोल हजे तक कोई भी सुख सहूलत नहीं है, उन्हां विचों फिर भी हज़ारां दी तादाद नाल इन्हां ज़ालिमां ने शहीद कीते ने, लेकिन सिੱਖੀ लहराउंदी ही रही। सिੱਖੀ दे विच कोई घाटा नहीं पै सकिया। मीर मन्नू चला गया। उस तो बाद विच जिहड़े लाहौर दे सूबेदारी दी विचार सी, उहदी हाकमी लई बड़ी भज दौड़ मच गई। हुण की कीता जावे? तां उन्हां दिनां विच इसे मीर मन्नू दा पुत्तर 3 सालां दा अमीन खान उहदा नां है। इसे मीर मन्नू दा पुत्र अमीन खान तख्त ते बिठा दिता गया, ओनू लाहौर दा सूबेदार बना दिता गया। पर ओदी निगरानी वास्ते ओदी बेगम मुगलानी बेगम ओदा नाम है, मुगलानी बेगम ओदी निगरानी वास्ते रख दी गई। भाव दूजे शब्दां विच मुगलानी बेगम ही सूबेदार सी, पर असल विच तख्त ते बिठाया सी अमीन खान नूं। इहदा एक बड़ा मीर मन्नू दा बड़ा वफादार, बहुत ज्यादा वफादार एक जरनैल होया, उहदा नाम है भिखारी खान। उहने ईरखा विच आके भी मैं इतनी वफादारी की, उहने ईरखा विच आके एक हिजड़े दे राही, एक गल मैं तुहाडे नाल होर सांझी करन लगा। लड़ी तो छोटा जिहा बाहर जावांगे, आपां फिर वापस परत आवांगे। ਜਿਹੜੀ पुराने समय ਦੇ अंदर राजे महाराजियां दियां राणियां होया करदियां सन, तां उन्हां दे रहण लई इक्को ठिकाणा हुंदा सी। उन्हां समयां दे विच उन्हां राणियां दे कमरियां विच, क्योंकि हिफाजत तां करनी हुंदी सी, जनानियां अक्सर मर्द के मुकाबले विच, मैं किसी को कोई चैलेंज नहीं करता, मेरी गल नूं बुरा ना मनायो जे, मैं इस तरह नहीं भी किसी पक्ष च नहीं मैं, पर अक्सर कुदरत ने जितनी स्त्री कोमल बनाई है उतना मनुख कठोर बनाया, ते वो अपनी हिफाजत नहीं सन कर सकदी इतनी। जदों जालम आउंदे सन, और फिर उन्हां दी हिफाजत करन वास्ते जिहड़े बंदे रखे जांदे सन, क्षमा करे जे मैनूं, क्योंकि इतिहास सुनाना ही पएगा। उदों जिहड़े बंदे रखे जांदे सन, वो बंदे हिजड़े हुंदे सन ताकि वो उन्हां महल्लां विच जा सकण। औरंगजेब दे वेले भी हिजड़े रहे ने। किते वक्त मिलिया तुहानूं लाल किला देखिओ जी जाके, उस विच हिजड़ियां दी थां बनी बकायदा। ते इस लई इस मुगलानी बेगम दे कोल केवल हिजड़ा जा सकदा सी, होर कोई जा नहीं सकदा। उन्हां जोर ते बंदिया वर्गा। ते उस वेले उन्हें जहर दे के एक हिजड़े दे राही भिखारी खान ने अमीन खान दा कतल करवा दिता। मुगलानी बेगम ये तख्त ते बैठी रही। मैनूं एक जिक्र थोड़ा जिहा होर चेते आउंदा है, वो मैं कह के फिर इस लड़ी वाल आउणा चाहुंदा। ये आपां विचारांगे अगे जाके सारियां गल्लां। महाराजा रणजीत सिंह दा पुत्र खड़ग सिंह वो मार दिता, जहर दे दे के मार दिता। ते जदों दा संस्कार करके आए, कबर नौ निहाल सिंह महाराजा रणजीत सिंह दा पुत्र, खड़ग सिंह दा पुत्र वो आ रहा है। इन्हें ध्यान सिंह डोगरे ने प्रबंध किया सी भी जदों छत्ते दी थल्ले दी लंघे, उदों बरूद विच पाया होया सी ते अग ला दिओ, छत्ता डिग पवेगा ते नौ निहाल सिंह मर जाएगा। हुण ओ थल्ले दी लंघ रहा है ते उत्ते बैठे बंदे नूं पता नहीं भी मैं कदों अग लावां, ते सामने एक बंदा बिठाया होया, इस उत्ते बैठे बंदे ने उस सामने वाले बंदे नूं देखना है। जदों वो रुमाल हिला देगा उन्हें अग ला देनी, ते इहदा मतलब एक थल्ले है पूरा, ते उस वेले जदों उन्हें रुमाल हिलाउणा ते इहने अग लाउणी है, इहदा मतलब नौ निहाल सिंह थल्ले है ते सीधा डिग पैना। ऐसा प्रबंध किया गया। पर होया कि वो रुमाल हिलाउण वाला बंदा रुमाल ना हिलावे। क्यों?
क्योंकि उस दे नाल ध्यान सिंह दा भतीजा गुलाब सिंह, क्षमा करो जी, ध्यान सिंह दा भतीजा ਉਹਦੇ ਨਾਲ आ रहा है। ਤੇ ਉਹ ਬੰਦਾ ਇਸ ਗੱਲੋਂ ਹੈਰਾਨ ਹੈ ਵੀ ਧਿਆਨ ਸਿੰਘ ਦਾ ਭਤੀਜਾ ਨਾਲ ਆ ਰਿਹਾ ਹੈ, ਜੇ ਮੈਂ ਰਮਾਲ ਹਿਲਾਤਾ ਉਹਨੇ ਅੱਗ ਲਾ ਦੇਣੀ ਤੇ ਇਹਦਾ ਭਤੀਜਾ ਨਾਲ ਮਰ ਜਾਏਗਾ। ਤੇ ਉਹਨੇ ਰਮਾਲ ਥੋੜਾ ਜਿਹਾ ਲੇਟ ਹਿਲਾਇਆ। ਜਦੋਂ ਧਿਆਨ ਸਿੰਘ ਨੇ ਦੇਖਿਆ ਉਹਨੇ ਰਮਾਲ ਥੋੜਾ ਜਿਹਾ ਲੇਟ ਹਿਲਾਇਆ, ਇਹਨੇ ਅੱਗ ਲਾਈ, ਛੱਜਾ ਡਿੱਗ ਪਿਆ। ਪਰ ਨੌ ਨਿਹਾਲ ਸਿੰਘ ਦੇ ਉੱਤੇ ਸਿਰਫ ਇੱਥੇ 1 ਰੁਪਈਏ ਜਿੰਨਾ ਦਾਗ ਹੋਇਆ ਸੀ। ਗੱਲ ਵੱਖਰੀ, ਅੰਦਰ ਇੱਟਾਂ ਲਿਜਾ ਕੇ ਮਾਰ ਦਿੱਤਾ, ਗੱਲ ਵੱਖਰੀ। ਜਿਹੜੀ ਗੱਲ ਕਰਨੀ ਚਾਹੁੰਦਾ ਇਹ ਕਰਨੀ ਚਾਹੁੰਦਾ, ਜਦੋਂ ਉਸ ਬੰਦੇ ਨੇ ਰੁਮਾਲ ਨਹੀਂ ਹਿਲਾਇਆ ਤੇ ਧਿਆਨ ਸਿੰਘ ਡੋਗਰਾ ਉਹਨੂੰ ਪੁੱਛਦਾ ਵੀ ਤੂੰ ਰੁਮਾਲ ਕਿਉਂ ਨਹੀਂ ਹਿਲਾਇਆ, ਦੇਰੀ ਕਰ ਦਿੱਤੀ। ਉਹਨੇ ਆਖਿਆ ਵੀ ਤੇਰਾ ਭਤੀਜਾ ਨਾਲ, ਭਤੀਜੇ ਤੇ ਪੁੱਤ ਵਿੱਚ ਕੀ ਅੰਤਰ ਹੁੰਦਾ? ਤੇਰਾ ਭਤੀਜਾ ਨੌ ਨਿਹਾਲ ਸਿੰਘ ਦੇ ਹੱਥ ਵਿੱਚ ਹੱਥ ਪਾਈ ਜਾਂਦਾ ਸੀ, ਮੈਂ ਕਿਵੇਂ ਰੁਮਾਲ ਹਿਲਾ ਲੈਂਦਾ? ਉਹਨੇ ਵੱਟ ਕੇ ਚਪੇੜ ਮਾਰੀ, ਕਹਿਣ ਲੱਗੇ ਚੇਤੇ ਰੱਖ ਅੱਗੇ ਵਾਸਤੇ, ਜਿਹੜਾ ਰਾਜਨੀਤਿਕ ਬੰਦਾ ਉਹਦੀ ਕੋਈ ਧੀ ਨਹੀਂ ਹੁੰਦੀ, ਉਹਦਾ ਕੋਈ ਪੁੱਤ ਨਹੀਂ ਹੁੰਦਾ, ਉਹਦੀ ਕੋਈ ਪੋਤਰਾ ਨਹੀਂ ਹੁੰਦਾ, ਉਹਦਾ ਕੋਈ ਭਤੀਜਾ ਨਹੀਂ ਹੁੰਦਾ, ਉਹਦੀ ਇੱਕੋ ਇੱਕ ਰਿਸ਼ਤੇਦਾਰ ਹੈ, ਉਹਦਾ ਨਾਂ ਹੈ ਕੁਰਸੀ। ਇਹ ਧਿਆਨ ਸਿੰਘ ਨੇ ਬਚਨ ਕਹੇ ਸੀ। ਕਹਿਣ ਲੱਗੇ ਰਾਜਨੀਤਿਕ ਬੰਦੇ ਦੀ ਇੱਕੋ ਇੱਕ ਰਿਸ਼ਤੇਦਾਰੀ ਹੈ, ਇੱਕੋ ਇੱਕ ਉਹਦਾ ਸਕਾ ਹੈ, ਉਹ ਉਹਦੀ ਕੁਰਸੀ ਹੈ। ਕੁਰਸੀ ਲਈ ਕੁਝ ਵੀ ਵਾਰਨਾ ਪੈ ਜਾਏ ਉਹ ਵਾਰ ਦੇਗਾ। ਹੁਣ ਮੁਗਲਾਨੀ ਬੇਗਮ ਨੇ ਆਪਣਾ ਪਤੀ ਵੀ ਵਾਰ ਦਿੱਤਾ ਤੇ ਆਪਣਾ ਪੁੱਤ ਵੀ ਵਾਰ ਦਿੱਤਾ, ਲੇਕਿਨ ਬੈਠੀ ਤਖਤ ਤੇ ਹੈ, ਸੂਬੇਦਾਰੀ ਆਪਣੇ ਕੋਲ ਰੱਖੀ ਹੋਈ ਹੈ। ਕੁਝ ਵਕਤ ਗੁਜ਼ਰਿਆ, ਇਹਨਾਂ 3 ਸਾਲਾਂ ਦੇ ਵਿੱਚ, 3 ਸਾਲ ਦਾ ਵਕਤ ਗੁਜ਼ਰਿਆ। 3 ਸਾਲਾਂ ਦੇ ਵਿੱਚ 9 ਸੂਬੇਦਾਰ ਲਾਹੌਰ ਦੇ ਬਦਲੇ। ਮੈਂ ਉਸ ਪਾਸੇ ਜ਼ਿਆਦਾ ਨਹੀਂ ਜਾਣਾ ਕਿਉਂਕਿ ਉਹਨਾਂ ਦਾ ਇਤਿਹਾਸ ਹੈ। ਕਈ ਵਾਰੀ ਮੁਗਲਾਨੀ ਬੇਗਮ ਬੈਠੀ, ਕਈ ਵਾਰੀ ਲਾਈ ਗਈ, ਕਈ ਵਾਰੀ ਹੋਰ ਬੈਠੇ, ਕਈ ਵਾਰੀ ਉਹ ਵੀ ਲਾਏ ਗਏ। ਖੈਰ ਅਖੀਰ ਵਿੱਚ ਮੁਗਲਾਨੀ ਬੇਗਮ ਬੈਠੀ ਹੋਈ ਹੈ। ਹੁਣ ਇਹਦੇ ਖਜ਼ਾਨੇ ਖਾਲੀ ਹੋ ਗਏ, ਆਮਦਨ ਕਿਧਰੇ ਹੈ ਨਹੀਂ। ਇਹਨੇ ਇੱਕ ਹੋਰ ਚਲਾਕੀ ਖੇਡੀ। ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਿਆ ਵੀ ਤੂੰ, ਗਸਾਸੂਦੀਨ ਉਹਦਾ ਨਾਂ ਹੈ ਜਿਹੜੇ ਬੰਦੇ ਦੇ ਹੱਥ ਸੁਨੇਹਾ ਭੇਜਿਆ, ਵੀ ਤੂੰ ਆ ਕੇ ਹਮਲਾ ਕਰ। ਇਹ ਹੁਣ 4ਥਾ ਹਮਲਾ ਹੋਣ ਲੱਗਾ ਅਹਿਮਦ ਸ਼ਾਹ ਅਬਦਾਲੀ ਦਾ 1757 ਵਿੱਚ। ਅਹਿਮਦ ਸ਼ਾਹ ਅਬਦਾਲੀ ਆਇਆ ਤੇ ਉਹਨੇ ਆ ਕੇ ਹਮਲਾ ਕੀਤਾ। ਕੁਝ ਇੱਕ ਲੋਕਾਂ ਨੇ ਉਹਨੂੰ ਸੰਭਾਲਿਆ। ਇੱਕ ਮੈਂ ਥੋੜਾ ਜਿਹਾ ਪਿਛੋਕੜ ਤੁਹਾਡੇ ਨਾਲ ਹੋਰ ਸਾਂਝਾ ਕਰਨਾ, ਫਿਰ ਨਹੀਂ ਸਮਝ ਨਹੀਂ ਲੱਗਣੀ, ਮੈਨੂੰ ਖਿਮਾ ਕਰਿਓ, ਵਿੱਚੋਂ ਗੱਲ ਭੁੱਲ ਗਿਆ ਸੀ। 1754 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਚਲਾ ਗਿਆ ਸੀ ਹੁਣ, ਤੇ ਪੰਜਾਬ ਦੇ ਵਿੱਚ ਅਮੀਰ ਮਨੂੰ ਖਤਮ ਹੋ ਗਿਆ ਸੀ। ਮੁਗਲਾਨੀ ਬੇਗਮ ਦਾ ਕੋਈ ਏਡਾ ਰਾਜ ਨਹੀਂ ਸੀ ਰਹਿ ਗਿਆ। ਉਦੋਂ ਪੰਜਾਬ ਦੇ ਵਿੱਚ ਜਿਹੜੀ ਖਾਸ ਹਕੂਮਤ ਸੀ ਉਹ ਸਿੱਖਾਂ ਦੀ ਸੀ। ਸਿੱਖਾਂ ਨੇ ਫਿਰ ਸਿੱਖਾਂ ਦੇ ਕੋਲ ਆ ਕੇ ਲੋਕਾਂ ਨੇ ਇੱਕ ਗੱਲ ਕਹੀ ਵੀ ਦੇਖੋ ਹੁਣ ਪੰਜਾਬ ਤੁਹਾਡੇ ਹਵਾਲੇ ਹੈ। ਤੇ ਪੰਜਾਬ ਹੈ ਨਾ ਜਿਹੜਾ, ਉਹ ਹਮੇਸ਼ਾ ਸਿੱਖਾਂ ਕਰਕੇ ਜਾਣਿਆ ਜਾਂਦਾ ਰਿਹਾ। ਉੱਥੇ ਭਾਵੇਂ ਆਬਾਦੀ ਬਾਕੀ ਲੋਕਾਂ ਦੀ ਵੀ ਹੈ, ਪਰ ਜਿਹੜਾ ਪੰਜਾਬ ਨੂੰ ਮਾਣ ਹੈ ਉਹ ਸਿੱਖ ਹੋਣ ਦੇ ਨਾਤੇ ਬਹੁਤਾ ਮਾਣ ਹੈ। ਤੇ ਤੁਸੀਂ ਪੰਜਾਬੀਆਂ ਦੀ ਹਿਫਾਜ਼ਤ ਕਰੋ। 1753 ਦੇ ਵਿੱਚ ਇਹ ਫੈਸਲਾ ਹੋਇਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਗੁਰਮਤਾ ਸੋਧਿਆ ਗਿਆ ਵੀ ਠੀਕ ਹੈ, ਅੱਜ ਤੋਂ ਬਾਅਦ ਪੰਜਾਬੀਆਂ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ। ਉਦੋਂ 3 ਫੈਸਲੇ ਹੋਏ, ਬੜੇ ਅਹਿਮ 3 ਫੈਸਲੇ ਹੋਏ। ਪਹਿਲਾ ਫੈਸਲਾ ਇਹ ਹੋਇਆ ਭਈ ਅਸੀਂ ਪੰਜਾਬੀਆਂ ਦੀ ਅੱਜ ਤੋਂ ਬਾਅਦ ਹਿਫਾਜ਼ਤ ਕਰਾਂਗੇ, ਪਰ ਉਹਦੇ ਵਿੱਚੋਂ 5ਵਾਂ ਹਿੱਸਾ ਲਵਾਂਗੇ। ਅਹਿਮਦ ਸ਼ਾਹ ਅਬਦਾਲੀ ਆਵੇ, ਕੋਈ ਆਵੇ, ਉਹਦੇ ਨਾਲ ਟੱਕਰ ਲਵਾਂਗੇ ਤੇ ਸਿੱਖ ਹੋ ਕੇ ਟੱਕਰ ਲਵਾਂਗੇ। ਤੁਹਾਨੂੰ ਕਦੇ ਕੁਛ ਨਹੀਂ ਹੋਵੇਗਾ, ਤੁਹਾਡਾ ਮਾਲ ਤਾਂ ਨਹੀਂ ਲੁੱਟਿਆ ਜਾਵੇਗਾ। ਪਹਿਲੀ ਗੱਲ ਇਹ ਫੈਸਲਾ ਹੋਇਆ। ਦੂਜਾ ਫੈਸਲਾ ਇਹ ਹੋਇਆ ਵੀ ਉਸ ਵੇਲੇ ਜਿਹੜੇ ਟਾਊਟ ਨੇ, ਜਿਨ੍ਹਾਂ ਨੇ ਸਿੱਖੀ ਨੂੰ ਬੜਾ ਖਾਧਾ ਸੀ, ਜਿਨ੍ਹਾਂ ਨੇ ਕਈ ਅਹਿਮ ਸੂਰਮੇ ਭੇਟ ਚੜਾਏ ਸਨ ਤਲਵਾਰ ਦੇ, ਉਹਨਾਂ ਪਾਪੀਆਂ ਨੂੰ ਸੋਧਿਆ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਿੱਖੀ ਦੇ ਅੰਦਰ ਇਹੋ ਜਿਹੇ ਗਦਾਰਾਂ ਨੂੰ ਕੋਈ ਥਾਂ ਨਹੀਂ ਹੈ। ਦੂਜਾ ਫੈਸਲਾ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਹੋਇਆ। ਤੀਜਾ ਫੈਸਲਾ ਇਹ ਹੋਇਆ ਕਿ ਜਿਹੜੀ ਰਾਮ ਰੌਣੀ ਬਣਾਈ ਸੀ ਉਹ ਕੇਵਲ 4 ਦੀਵਾਰੀ ਸੀ ਤੇ ਇਹਨੂੰ ਵਿਸਥਾਰ ਕੀਤਾ ਜਾਵੇ। ਇਹ ਡਿਊਟੀ ਲੱਗੀ ਜੱਸਾ ਸਿੰਘ ਦੀ। ਉਹਨੇ ਇਹਨੂੰ ਬਦਲ ਕੇ, ਰਾਮ ਰੌਣੀ ਨੂੰ ਬਦਲ ਕੇ ਇੱਕ ਕਿਲਾ ਬਣਾ ਦਿੱਤਾ। ਉਹ ਗੜ੍ਹ ਬਣ ਗਿਆ, ਪਰ ਇਹਦਾ ਨਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਂ ਤੇ ਹੀ ਰੱਖਿਆ ਗਿਆ। ਰਾਮਗੜ੍ਹ ਕਿਲਾ ਬਣ ਗਿਆ। ਜੱਸਾ ਸਿੰਘ 2 ਹੁੰਦੇ ਸਨ, ਇੱਕੋ ਵਕਤ ਵਿੱਚ ਜੱਸਾ ਸਿੰਘ 2 ਹੁੰਦੇ ਸਨ। ਇੱਕ ਜੱਸਾ ਸਿੰਘ ਆਹਲੂਵਾਲੀਆ, ਇੱਕ ਜੱਸਾ ਸਿੰਘ ਰਾਮਗੜੀਆ। ਤੇ ਉਹਦੇ ਨਾਂ ਨਾਲ ਪੱਕੇ ਤੌਰ ਤੇ ਜੁੜ ਗਿਆ ਵੀ ਉਹ ਰਾਮਗੜ੍ਹ ਵਾਲਾ ਜੱਸਾ ਸਿੰਘ ਤੇ ਨਾਂ ਪੈ ਗਿਆ ਰਾਮਗੜੀਆ।
ਇਹ 1754 ਦੇ ਵਿੱਚ ਫਿਰ ਦੁਬਾਰੇ ਵਿਸਥਾਰ ਕੀਤਾ ਗਿਆ ਸੀਗਾ। ਪੰਜਾਬੀਆਂ ਦੀ ਹਿਫਾਜ਼ਤ ਵਾਸਤੇ ਉਹਨਾਂ ਨੇ 5ਵਾਂ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਫਸਲ ਦਾ, ਤੇ ਜੇ ਕੋਈ ਦੇ ਸਕੇ, ਜੇ ਕੋਈ ਨਾ ਵੀ ਦੇ ਸਕੇ ਤੇ ਕੋਈ ਮਜਬੂਰੀ ਨਹੀਂ ਸੀ ਹੁੰਦੀ। ਚੰਗੇ ਹਾਕਮ ਸਨ ਉਸ ਵੇਲੇ, ਤੇ ਇਹਨਾਂ ਨੇ ਇਵੇਂ ਪੰਜਾਬ ਦੀ ਹਾਕਮੀ ਸਾਂਭ ਲਈ। ਹੁਣ ਅੱਗੇ ਚੱਲੀਏ। 1757 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਆਉਂਦਾ ਹੈ, ਪਰ ਜਦੋਂ ਪੰਜਾਬ 'ਚ ਆਉਂਦਾ ਹੈ, ਯਾਦ ਰੱਖਿਓ ਜੋ ਪੰਜਾਬੀਆਂ ਨੇ ਉਹਦੇ ਪੈਰ ਨਹੀਂ ਲੱਗਣ ਦਿੱਤੇ, ਉਹਨੂੰ ਪੰਜਾਬੀਆਂ ਨੇ ਪੈਰ ਨਹੀਂ ਲੱਗਣ ਦਿੱਤੇ। ਇੱਥੋਂ ਚਲਾ ਗਿਆ ਅਹਿਮਦ ਸ਼ਾਹ ਅਬਦਾਲੀ ਤੇ ਜਾ ਕੇ ਅੱਗੇ ਜਨਵਰੀ ਦੇ ਤੀਸਰੇ ਹਫ਼ਤੇ ਉਹ ਦਿੱਲੀ ਵਿੱਚ ਪ੍ਰਵੇਸ਼ ਕੀਤਾ। ਦਿੱਲੀ ਵਿੱਚ ਗਿਆ ਤੇ ਦਿੱਲੀ ਦੇ ਹਾਕਮਾਂ ਨੇ ਉਹਦੇ ਨਾਲ ਲੜਨ ਦੀ ਬਜਾਏ ਉਹਨੂੰ ਤੋਹਫੇ ਲੈ ਕੇ ਹਾਜ਼ਰ ਹੋਏ ਤੇ ਗਿੜਗੜਾਉਣ ਲੱਗੇ ਉਹਦੇ ਅੱਗੇ ਗੋਡੇ ਟੇਕ ਕੇ, ਭਈ ਕਿਰਪਾ ਕਰ ਤੂੰ ਸਾਨੂੰ ਲੁੱਟੀ ਨਾ, ਤੂੰ ਸਾਨੂੰ ਮਾਰੀ ਨਾ। ਅਹਿਮਦ ਸ਼ਾਹ ਅਬਦਾਲੀ ਦੀ ਬੜੀ ਧਾਂਕ ਸੀ ਤੇ ਸਾਨੂੰ ਤੂੰ ਲੁੱਟ ਨਾ ਮਾਰਨਾ, ਜੋ ਤੂੰ ਕਵੇਂਗਾ ਅਸੀਂ ਉਹੀ ਕੁਝ ਕਰਾਂਗੇ, ਜੋ ਕੁਝ ਤੂੰ ਕਵੇਂਗਾ ਅਸੀਂ ਉਹੀ ਕੁਝ ਕਰਾਂਗੇ, ਪਰ ਸਾਨੂੰ ਲੁੱਟ ਮਾਰਨਾ। ਉਹਨੇ ਆਖਿਆ ਠੀਕ ਹੈ। ਉਹਨੂੰ ਆਪ ਲਿਜਾ ਕੇ ਤਖਤ ਤੇ ਬਿਠਾਇਆ। ਜੇ ਤੁਹਾਨੂੰ ਥੋੜਾ ਜਿਹਾ ਯਾਦ ਹੋਣਾ ਚਾਹੀਦਾ, ਮੈਂ ਪਿਛਲੇ ਦਿਨਾਂ 'ਚ ਬੇਨਤੀ ਕੀਤੀ ਸੀ, ਤਖਤੇ ਤਾਊਸ ਸ਼ਾਹਜਹਾਨ ਨੇ ਬਣਾਇਆ ਸੀ। ਨਾਦਰ ਸ਼ਾਹ 1739 ਵਿੱਚ ਇਹਨੂੰ ਲੁੱਟ ਕੇ ਲੈ ਗਿਆ ਸੀ। ਉਸ ਤੋਂ ਬਾਅਦ ਵਿੱਚ ਹੁਣ ਤਖਤ ਤਾਂ ਹੈ, ਪਰ ਤਖਤੇ ਤਾਊਸ ਨਹੀਂ ਹੈ। ਉਹਨੇ ਤਖਤ ਦੇ ਉੱਤੇ ਉਹਨੂੰ ਬਿਠਾਇਆ ਗਿਆ। ਅੱਜ ਵੀ ਉੱਥੇ ਜਿਹੜਾ ਚੌਂਤਰਾ ਹੈ ਉਸੇ ਤਰ੍ਹਾਂ ਦਾ, ਉਹਦੇ ਉੱਤੇ ਉਹਨੂੰ ਬਿਠਾਇਆ ਗਿਆ। ਅਹਿਮਦ ਸ਼ਾਹ ਅਬਦਾਲੀ ਨੂੰ ਭੇਟਾਵਾਂ ਰੱਖੀਆਂ ਗਈਆਂ। ਤੇ ਉਦੋਂ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਹੈ ਤੈਮੂਰ। ਤੈਮੂਰ ਲੰਗ ਵੱਖਰਾ ਹੈ, ਤੈਮੂਰ ਸ਼ਾਹ ਵੱਖਰਾ ਹੈ। ਇਹ ਤੈਮੂਰ ਸ਼ਾਹ ਹੈ, ਲੰਗ ਨਹੀਂ ਹੈ। ਇਹ ਤੈਮੂਰ ਇਸ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਹੈ। ਮੈਂ ਫਿਰ ਥੋੜੀ ਜਿਹੀ ਬੇਨਤੀ ਕਰਾਂ, ਅੱਜ ਪਤਾ ਨਹੀਂ ਕੀ ਗੱਲ ਨਾਲ ਪਿਛੋਕੜ ਫੁੱਲਣਾ ਪੈ ਰਿਹਾ ਮੈਨੂੰ। ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਨਾਦਰ ਸ਼ਾਹ ਵੀ ਆਪਣੇ ਪੁੱਤ ਨਾਸਰ ਸ਼ਾਹ ਨੂੰ ਵਿਆਹ ਕੇ ਲੈ ਗਿਆ ਸੀ, ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨੂੰ। ਨਾਦਰ ਸ਼ਾਹ ਵੀ ਆਪਣੇ ਪੁੱਤਰ ਨਾਸਰ ਸ਼ਾਹ ਨੂੰ ਵਿਆਹ ਕੇ ਲੈ ਕੇ ਗਿਆ ਸੀ। ਹੁਣ ਵੀ ਉਹ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਨੂੰ, ਤੈਮੂਰ ਨੂੰ, ਸ਼ਾਹ ਆਲਮ ਦੀ ਉਸ ਵੇਲੇ ਦੇ ਹਾਕਮ ਦੀ ਲੜਕੀ ਨਾਲ ਵਿਆਹਿਆ। ਪਹਿਲਾਂ ਤੋਂ ਉਹਦੀ ਧੀ ਮੰਗੀ। ਅਫਸਾਨੋ ਬੇਗਮ ਉਹਦਾ ਨਾਂ ਹੈ। ਉਹਦੇ ਨਾਲ ਉਹਦੀ ਸ਼ਾਦੀ ਕੀਤੀ ਗਈ ਤੇ ਅਹਿਮਦ ਸ਼ਾਹ ਅਬਦਾਲੀ ਨੇ ਖੁਦ ਨੇ ਆਪ ਇਹਨੇ ਵੀ ਪਾਪੀ ਨੇ ਇੱਕ ਉਸ ਵੇਲੇ ਦੇ ਵਕਤ ਦੇ ਸ਼ਾਹ ਆਲਮ ਦੀ ਜਾਂ ਉਸ ਵੇਲੇ ਦੇ ਕਿਸੇ ਵਕਤ ਦੀ ਇੱਕ 16 ਸਾਲਾਂ ਦੀ ਲੜਕੀ ਨਾਲ ਆਪ ਵੀ ਖੁਦ ਵਿਆਹ ਕਰਾ ਕੇ ਲੈ ਕੇ ਗਿਆ। ਉਸ ਵੇਲੇ ਇਹਦੇ 17 ਲੜਕੀਆਂ ਨੇ ਬੰਦੀ ਬਣਾ ਕੇ ਆਪਣੇ ਹਰਮ ਵਿੱਚ ਰੱਖਣ ਵਾਸਤੇ ਲੈ ਕੇ ਗਿਆ। ਹਰਮ ਕੀ ਚੀਜ਼ ਹੈ? ਇੱਕ ਰਾਜੇ ਦੀਆਂ ਵਿਆਹੀਆਂ ਹੋਈਆਂ ਰਾਣੀਆਂ ਹੁੰਦੀਆਂ ਸਨ, ਉਹ ਰਾਜੇ ਦੇ ਮਹੱਲਾਂ ਵਿੱਚ ਰਹਿੰਦੀਆਂ ਸਨ। ਇੱਕ ਰਾਜੇ ਦੀ ਐਸ਼ੋ ਇਸ਼ਰਤ ਵਾਸਤੇ ਲੜਕੀਆਂ ਹੁੰਦੀਆਂ ਸਨ। ਉਹ ਹੁੰਦੀਆਂ ਤਾਂ ਰਾਜੇ ਦੀ ਜ਼ਿੰਦਗੀ ਵਾਸਤੇ ਸਨ, ਪਰ ਉਹਨਾਂ ਨੂੰ ਮਹੱਲਾਂ ਵਿੱਚ ਰਹਿਣ ਦਾ ਹੱਕ ਨਹੀਂ ਸੀ ਹੁੰਦਾ। ਜਿਹੜੀ ਥਾਂ ਤੇ ਉਹਨਾਂ ਨੂੰ ਰੱਖਿਆ ਜਾਂਦਾ ਸੀ ਉਸ ਥਾਂ ਦਾ ਨਾਂ ਸੀ ਹਰਮ, ਤੇ ਹਰਮ ਦੇ ਵਿੱਚ ਪੈਦਾ ਹੋਏ ਬੱਚੇ ਦਾ ਨਾਂ, ਖਿਮਾ ਕਰਿਓ ਜੇ, ਹਰਾਮੀ ਹੁੰਦਾ ਸੀ। ਹਰਾਮੀ ਸ਼ਬਦ ਇੱਥੋਂ ਬਣਿਆ। ਮੈਨੂੰ ਖਿਮਾ ਕਰਿਓ ਕਿਉਂਕਿ ਪਿਛੋਕੜ ਤੇ ਆਪਾਂ ਸਾਂਝਾ ਕਰਨਾ ਪਵੇਗਾ ਨਾ। ਜਿਹਦੇ ਪਿਤਾ ਦਾ ਨਾਂ ਨਾ ਹੋਵੇ, ਰਾਜਾ ਉਹਨੂੰ ਆਪਣੇ ਨਾਂ ਨਹੀਂ ਸੀ ਦੇ ਸਕਦਾ, ਆਪਣਾ ਨਾਂ ਨਹੀਂ ਸੀ ਬਾਪੂ ਹੋਣ ਦੇ ਨਾਤੇ ਦੇ ਸਕਦਾ। ਵਾਪਸ ਪਰਤਾ। 17 ਲੜਕੀਆਂ ਨੇ ਹਰਮ ਚ ਰੱਖਣ ਵਾਸਤੇ ਲੈ ਕੇ ਗਿਆ। 400 ਲੜਕੀਆਂ ਗੋਲੀਆਂ ਬਣਾ ਕੇ ਲੈ ਕੇ ਗਿਆ। ਯਾਦ ਰੱਖਿਓ ਜੇ ਇਸ ਵੇਲੇ ਇਹਨੇ ਕਰੀਬ ਸਾਰੇ ਹਿੰਦੁਸਤਾਨ ਨੂੰ ਲੁੱਟ ਕੇ 17 ਕਰੋੜ ਰੁਪਈਆ ਇਹਨੇ ਇਕੱਠਾ ਕੀਤਾ। 28,000 ਗੱਡੇ, ਬੈਲ, ਘੋੜੇ, ਹਾਥੀ ਇਤਿਆਦਿਕ ਇਹਦੀ ਫੌਜ ਦਾ ਇੱਕ ਵੀ ਬੰਦਾ, ਅਹਿਮਦ ਸ਼ਾਹ ਅਬਦਾਲੀ ਤੋਂ ਬਿਨਾਂ ਇਹਦੀ ਫੌਜ ਦਾ ਇੱਕ ਵੀ ਬੰਦਾ ਕਿਸੇ ਸਵਾਰੀ ਦੇ ਉੱਤੇ ਨਹੀਂ ਸੀ। ਸਾਰੇ ਦੇ ਸਾਰੇ ਉਹ ਜਿਤਨੇ ਲੋਕ ਸਨ, ਉਹ ਸਾਰੇ ਦੇ ਸਾਰੇ ਇਸ ਪਾਪੀ ਨੇ ਉਹ ਪੈਦਲ ਤੋਰ ਕੇ ਉਹਨਾਂ ਉੱਤੇ ਸਮਾਨ ਲੱਦਿਆ ਹੋਇਆ ਸੀ ਲੁੱਟ ਦਾ। ਮੈਂ ਥੋੜਾ ਜਿਹਾ ਫਿਰ ਪਿੱਛੇ ਦੀ ਗੱਲ ਕਰਨੀ ਚਾਹੁੰਦਾ। ਮੁਗਲਾਨੀ ਬੇਗਮ ਜਦੋਂ ਤਖਤ ਤੇ ਬੈਠੀ ਸੀ, ਇਹ ਤੇ ਪਤਾ ਲੱਗ ਹੀ ਚੁੱਕਿਆ ਵੀ ਉਹਦੇ ਸੱਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਆਇਆ ਸੀ 1757 ਵਿੱਚ, ਤੇ ਇਸ ਲਈ ਉਹਨੇ ਆਪ ਜਾ ਕੇ
ਆਪ ਜਾ ਜਾ ਕੇ ਇਹਨੇ ਘਰ ਲੁਟਵਾਏ। ਜੇ ਵੀ ਇਹ ਘਰ ਅਮੀਰ ਨੇ, ਇਸ ਘਰ ਵਿੱਚ ਬਹੁਤ ਸਿਆਣੀ ਲੜਕੀ ਰਹਿੰਦੀ ਹੈ। ਮੁਗਲਾਨੀ ਬੇਗਮ ਨੇ ਪਾਪਣ ਨੇ ਆਪ ਇਹ ਪਾਪ ਕਰਵਾਇਆ ਤੇ ਜਾਂਦਾ ਹੋਇਆ ਅਹਿਮਦ ਸ਼ਾਹ ਅਬਦਾਲੀ ਉਹਨੂੰ ਧੀ ਕਹਿ ਕੇ ਗਿਆ ਸੀ। ਰੱਜ ਕੇ ਲੁੱਟਣ ਤੋਂ ਬਾਅਦ ਵਿੱਚ ਇਹ ਜਦੋਂ ਵਾਪਸ ਪਰਤ ਰਿਹਾ, ਕੁਝ ਦਿਨ ਰੁਕੇ ਲਾਹੌਰ, ਤੇ ਉਸ ਤੋਂ ਬਾਅਦ ਵਿੱਚ ਜਦੋਂ ਵਾਪਸ ਪਰਤ ਰਿਹਾ, ਇਹ ਹਜੇ ਇੱਥੋਂ ਦਿੱਲੀ ਤੋਂ ਵਾਪਸ ਪਰਤ ਰਿਹਾ, ਸਰਹੰਦ ਦੇ ਨੇੜੇ ਇੱਕ ਨਗਰ ਹੈ ਸਨੌਰ। ਹੁਣ ਇਹਦੀ ਕੋਈ ਬਾਲੀ ਪੁੱਛ ਨਹੀਂ, ਪਟਿਆਲਾ ਰੋਡ ਤੇ ਹੈ, ਥੋੜਾ ਜਿਹਾ ਮੇਨ ਰੋਡ ਤੋਂ ਪਿੱਛੇ ਹਟ ਗਿਆ ਅੱਜ ਕੱਲ। ਹੁਣ ਉਹਦੀ ਕੋਈ ਪੁੱਛ ਨਹੀਂ ਵਿਚਾਰੀ, ਪਰ ਉੱਥੇ ਇੱਕ ਸਿੱਖੀ ਦੀ ਯਾਦ ਹੈ ਬੜੀ ਪਿਆਰੀ। ਸਨੌਰ ਦੇ ਵਿੱਚ ਇਤਨੀ ਧਨ ਦੌਲਤ ਨੂੰ ਲੁੱਟ ਕੇ, ਜਿਹਦੇ ਅੱਗੇ ਮਹਾਰਾਜੇ ਵੀ ਗਿੜਗੜਾ ਕੇ ਪੈਰਾਂ ਵਿੱਚ ਡਿੱਗਦੇ ਸਨ, ਜਿਹਦੇ ਅੱਗੇ ਮਹਾਰਾਜੇ ਵੀ ਤੋਹਫੇ ਲਿਆ ਕੇ ਰੱਖਦੇ ਸਨ, ਜਿਹਦੇ ਅੱਗੇ ਮਹਾਰਾਜੇ ਵੀ ਆਪਣੀਆਂ ਧੀਆਂ ਦੇ ਡੋਲੇ ਲਿਆ ਕੇ ਰੱਖਦੇ ਸਨ। ਤੁਸੀਂ ਦੇਖੋ ਕਿੰਨੀ ਅਣਖੀ ਬਾਤ ਹੋਵੇਗੀ। ਇਹਨੂੰ ਸਨੌਰ ਦੇ ਕੋਲ ਜਾਂਦੇ ਹੋਏ ਨੂੰ ਸਿੱਖਾਂ ਦੇ ਜਥੇ ਨੇ ਚੰਗੀ ਤਰ੍ਹਾਂ ਲੁੱਟਿਆ, ਚੰਗੀ ਤਰ੍ਹਾਂ ਲੁੱਟਿਆ। ਇੱਥੋਂ ਤੱਕ ਦਾ ਜ਼ਿਕਰ ਹੈ ਵੀ ਸ਼ਾਇਦ ਇਹਦੀ ਲੁੱਟ ਦਾ ਕੁਝ ਹਿੱਸਾ ਜਾਂ ਇੱਕ ਜਾਂ ਦੂਜਾ ਹਿੱਸਾ, ਤੀਜਾ ਹਿੱਸਾ, ਇੰਨਾ ਹਿੱਸਾ ਇਹਦੀ ਜਾਇਦਾਦ ਦਾ, ਇਹਦੇ ਧਨ ਪਦਾਰਥ ਦਾ ਸਿੱਖਾਂ ਨੇ ਲੁੱਟ ਲਿਆ। ਪਰ ਇਹਨੇ ਅਹਿਮਦ ਸ਼ਾਹ ਨੇ ਉਸ ਵੇਲੇ ਸਿੱਖਾਂ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ, ਕਿਉਂਕਿ ਦਿਲੋਂ ਇਹ ਹਮੇਸ਼ਾ ਡਰਦਾ ਰਿਹਾ ਹੈ। ਦਿਲੋਂ ਡਰਦਾ ਰਿਹਾ ਹੈ। ਉਹਦਾ ਕਾਰਨ ਸਿਰਫ ਇਹੋ ਸੀ ਭਈ ਇਹਨੇ ਨਾਦਰ ਸ਼ਾਹ ਦੇ ਵੇਲੇ ਜਦੋਂ ਇਹ ਨਾਲ ਆਇਆ ਸੀ, ਇਹਨੇ ਸਿੱਖਾਂ ਦੀਆਂ ਬਹਾਦਰੀਆਂ ਦੇਖੀਆਂ ਹੋਈਆਂ ਸਨ। ਅੱਗੇ ਤੋਂ ਰੰਗਲ ਹੁਣ ਇਹ ਜਾਂਦਾ ਹੋਇਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ, ਤੇ ਨਾਲ ਇਹਦਾ ਜਰਨੈਲ ਹੈ, ਉਹਦਾ ਨਾਮ ਹੈ ਜਹਾਨ ਖਾਨ। ਇਸੇ ਨੇ ਅੱਗੇ ਦਰਬਾਰ ਸਾਹਿਬ ਢਾਇਆ ਸੀ। ਇਹਨੂੰ ਇੱਕ ਬਚਨ ਕਰਕੇ ਗਿਆ ਹੈ ਵੀ ਤੁਸੀਂ ਕਿਸੇ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾਓ। ਹੁਣ ਇਹ ਜਦੋਂ ਵਾਪਸ ਆਏ, ਉਹਨੂੰ ਛੱਡ ਕੇ ਚਨਾਬ ਦੇ ਕਿਨਾਰੇ ਤੇ ਵਾਪਸ ਪਰਤਦੇ ਆ, ਸਭ ਤੋਂ ਪਹਿਲਾਂ ਜਹਾਨ ਖਾਨ ਨੇ ਆ ਕੇ ਕਰਤਾਰਪੁਰ ਸਾਹਿਬ ਨੂੰ ਅੱਗ ਲਾਈ। ਮੈਨੂੰ ਆਸ ਨਹੀਂ ਵੀ ਆਪਾਂ ਕਦੇ ਕਰਤਾਰਪੁਰ ਸਾਹਿਬ ਦੇ ਬਾਰੇ ਚ ਸੁਣਿਆ ਹੋਵੇ। ਦੋ ਕਰਤਾਰਪੁਰ ਸਾਹਿਬ ਨੇ, ਇੱਕ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ ਹੋਇਆ 1504 ਜਾਂ ਕਈ 1507 ਕਹਿੰਦੇ ਨੇ। ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ, ਉਹ ਪਾਕਿਸਤਾਨ ਵਿੱਚ ਹੈ। ਦੂਸਰਾ ਜਿਹੜਾ ਕਰਤਾਰਪੁਰ ਸਾਹਿਬ ਹੈ, ਉਹ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਵਸਾਇਆ ਹੋਇਆ, ਜਲੰਧਰ ਤੋਂ 16 ਕਿਲੋਮੀਟਰ ਦੀ ਦੂਰੀ ਤੇ, ਅੰਮ੍ਰਿਤਸਰ ਵਾਲੇ ਮੇਨ ਰੋਡ ਦੇ ਉੱਤੇ। ਇੱਥੇ ਲੱਕੜ ਦਾ ਕੰਮ ਬਹੁਤ ਹੁੰਦਾ ਹੈ। ਖੈਰ, ਇਸ ਕਰਤਾਰਪੁਰ ਸਾਹਿਬ ਦੇ ਵਿੱਚ ਬੜੀਆਂ ਸਾਂਝਾਂ ਨੇ। ਮੈਂ ਸਿਰਫ 2-4 ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਬਾਕੀ ਨਹੀਂ। ਸਭ ਤੋਂ ਪਹਿਲੀ ਸਾਂਝ ਇਹ ਹੈ ਵੀ ਇੱਥੇ ਗੁਰੂ ਪਾਤਸ਼ਾਹ ਨੇ ਸ਼ੀਸ਼ ਮਹਿਲ ਬਣਾਇਆ ਸੀ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ, ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਸਿੱਖ ਸੰਗਤ ਵਾਸਤੇ ਜਿਹੜਾ ਸਥਾਨ ਬਣਾਇਆ, ਇਹ ਜਦੋਂ ਮੋਢੀ ਗੱਡੀ ਗਈ ਉਦੋਂ ਸਥਾਨ ਬਣਾਇਆ, ਤੇ ਉਦੋਂ ਜਿਹੜੇ ਸ਼ਤੀਰ ਟਿਕਾਉਣ ਵਾਸਤੇ ਕੋਈ ਸਾਧਨ ਨਹੀਂ ਸੀ ਬਣ ਰਿਹਾ, ਤੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਬਹੁਤ ਵੱਡਾ ਥੰਮ ਟਾਹਲੀ ਦਾ ਉਹ ਗੱਡ ਕੇ ਉਹਦੇ ਉੱਤੇ ਸ਼ਤੀਰ ਟਿਕਾ ਦਿੱਤੇ। ਸਾਹਿਬ ਨੇ ਆਖਿਆ ਵੀ ਫਿਕਰ ਨਾ ਕਰੋ, ਇਹ ਢੱਠੇਗਾ ਨਹੀਂ, ਇੱਥੇ ਰਹਿਣ ਦਿਓ। ਤੇ ਉਸ ਥੰਮ ਦੇ ਨਾਂ ਤੇ ਹੀ ਉਸ ਗੁਰਦੁਆਰਾ ਸਾਹਿਬ ਦਾ ਨਾਂ ਪੈ ਗਿਆ ਥੰਮ ਸਾਹਿਬ। ਤੇ ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ਼ੀਸ਼ ਮਹਿਲ ਵਿੱਚ ਆ ਕੇ ਰਹਿੰਦੇ ਰਹੇ। ਇੱਥੇ ਹੀ ਬਾਬਾ ਧੀਰਮਲ ਆ ਕੇ ਰਹਿੰਦਾ ਰਿਹਾ। ਇੱਥੇ ਹੀ ਬਾਬਾ ਗੁਰਦਿੱਤਾ ਜੀ ਆ ਕੇ ਰਹਿੰਦੇ ਰਹੇ। ਇੱਥੇ ਹੀ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਆਏ। ਇੱਥੇ ਹੀ ਬਹੁਤ ਮਾਣ ਵਾਲੀ ਗੱਲ ਹੈ, ਮਾਤਾ ਗੁਜਰ ਕੌਰ ਜਾਂ ਮਾਤਾ ਗੁਜਰੀ ਇੱਥੇ ਹੀ ਕਰਤਾਰਪੁਰ ਸਾਹਿਬ ਦੇ ਨਿਵਾਸੀ ਸਨ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਦੀ ਵੀ ਇਸੇ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਹੋਈ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜਾ ਇੱਕ ਆਖਰੀ ਜੰਗ ਲੜਿਆ ਸੀ 1635 ਦਾ, ਉਹ ਵੀ ਇੱਥੇ ਹੀ ਲੜਿਆ ਸੀ।
ਪੈਂਦੇ ਖਾਂ ਦੀ ਮੌਤ ਵੀ ਇੱਥੇ ਹੀ ਹੋਈ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 14 ਸਾਲ ਦੀ ਉਮਰ 'ਚ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਦਾ ਜਿਹੜਾ ਪਵਿੱਤਰ ਦਾਤ ਮਿਲੀ ਸੀ ਉਹ ਇਸੇ ਕਰਤਾਰਪੁਰ ਸਾਹਿਬ ਦੇ ਵਿੱਚ ਮਿਲੀ ਸੀ। ਇੱਕ ਸਥਾਨ ਦੇ ਵਿੱਚ ਕਿੰਨਾ ਕੁਝ ਪਿਆ, ਲੇਕਿਨ ਸਾਡੇ ਕੋਲ ਪਿਆਰ ਹੀ ਨਹੀਂ ਹਿਸਟਰੀ ਨਾਲ, ਪਿਆਰ ਹੀ ਨਹੀਂ ਸਾਨੂੰ ਇਤਿਹਾਸ ਨਾਲ। ਅਸੀਂ ਕਦੇ ਨਹੀਂ ਜਾ ਕੇ ਨਮਸਕਾਰ ਕਰਦੇ। ਇਹਨੇ ਗੁਰੂਆਂ ਦੇ ਉੱਤੇ ਚਰਨ ਪਏ ਹੋਏ ਨੇ। ਇੱਥੋਂ ਦਾ ਹੀ ਗੁਰੂ ਕੇ ਪਿਆਰਿਆਂ ਨੇ ਇੱਥੇ ਬਹੁਤ ਸੇਵਾ ਕੀਤੀ। ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਜਹਾਨ ਖਾਨ ਨੇ ਆ ਕੇ ਸਭ ਤੋਂ ਪਹਿਲਾਂ ਇੱਥੇ ਥੰਮ ਸਾਹਿਬ ਗੁਰਦੁਆਰਾ ਸਾਹਿਬ ਨੂੰ ਅੱਗ ਲਾਈ। ਉਹ ਇਮਾਰਤ ਵੀ ਢਹਿ ਗਈ ਤੇ ਉਹ ਜਿਹੜਾ ਥੰਮ ਸੀ ਨਾ, ਉਹ ਥੰਮ ਉਸ ਵੇਲੇ ਸੜ ਗਿਆ। ਤੇ ਉਦੋਂ ਇੰਨਾ ਕੁ ਸਿੱਖਾਂ ਨੂੰ ਦਰਦ ਲੱਗਾ। ਪਰ ਸੱਜਣਾ, ਇਮਾਰਤਾਂ ਤੇ ਕਈ ਵਾਰੀ ਢੱਟਦੀਆਂ ਨੇ, ਕਈ ਵਾਰੀ ਬਣਦੀਆਂ ਨੇ, ਅਸੀਂ ਦੁਬਾਰੇ ਵੀ ਬਣਾ ਲਾਂਗੇ। ਲੇਕਿਨ ਇੱਕ ਗੱਲ ਚੇਤਾ ਰੱਖ, ਜਿਹੜਾ ਥੰਮ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਟਿਕਾਇਆ ਸੀ ਨਾ, ਤੇ ਉਹ ਥੰਮ ਅਸੀਂ ਮੁੜ ਕੇ ਨਹੀਂ ਟਿਕਾ ਸਕਦੇ, ਕਿਉਂਕਿ ਗੁਰੂ ਸਰੀਰਕ ਤੌਰ ਤੇ ਸਾਡੇ ਕੋਲ ਨਹੀਂ। ਇਸ ਲਈ ਤੈਨੂੰ ਇਸ ਗੱਲੋਂ ਮੁਆਫ ਨਹੀਂ ਕੀਤਾ ਜਾਏਗਾ। ਥੰਮ ਸਾਹਿਬ ਦੇ ਸੜ ਜਾਣ ਦਾ ਹੁਣ ਤੇ ਸਾਨੂੰ ਪਤਾ ਹੀ ਨਹੀਂ ਨਾ ਇਸ ਗੱਲ ਦਾ। ਹੁਣ ਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਨਾ। ਮੇਰੀ ਗੱਲ ਨੂੰ ਬੁਰਾ ਨਾ ਜੀ ਮਨਾਇਓ, ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ। ਅਜੋਕਾ ਸਮਾਂ ਇਹੋ ਜਿਹਾ ਆਇਆ ਹੋਇਆ, ਕਿਸੇ ਨੇ ਸਿੱਖੀ ਸਾਡੇ ਘਰ ਨਹੀਂ ਬਾੜੀ, ਪਰ ਗੋਲਕਾਂ ਸਾਡੇ ਘਰ ਰੱਖ ਦਿੱਤੀਆਂ। ਗੋਲਕਾਂ ਬਹੁਤ ਲੋਕਾਂ ਦੇ ਘਰ ਪਈਆਂ ਨੇ, ਕਦੇ ਕਾਰਸੇ ਵਾਲੀਆਂ ਨੇ ਪਈਆਂ ਨੇ, ਕਦੇ ਕਿਸੇ ਦੀਆਂ ਪਈਆਂ ਨੇ। ਮੈਂ ਸਾਰਿਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ। ਤੇ ਗੋਲਕਾਂ ਸਾਰਿਆਂ ਦੇ ਘਰ ਚਲੇ ਗਏ ਵੀ ਤੁਸੀਂ ਡਾਲਰ ਦੇ ਵਿੱਚ ਪਾ ਕੇ ਇੰਡੀਆ ਭੇਜੋ, ਅਸੀਂ ਤੁਹਾਡੀ ਜੜ ਪੁੱਟੀਏ। ਲੇਕਿਨ ਐਸਾ ਨਹੀਂ ਕਿਸੇ ਨੇ ਭੇਜਿਆ ਵੀ ਸਿੱਖੀ ਦੀ ਦਾਤ ਕਿਸੇ ਦੇ ਘਰ ਚਲੀ ਜਾਏ। ਉਸੇ ਗੱਲ ਵੱਲ ਵਾਪਸ ਪਰਤਾਂ ਕਿ ਮੈਂ ਕਰਿਓ, ਮੈਂ ਬੜਾ ਮਨ ਸਮਝਾ ਕੇ ਉਹਨੇ, ਪਰ ਸਿੱਖ ਕੌਮ ਦਾ ਦਰਦ ਹੈ। ਇਹਦੀ ਜੜ ਕਿਸੇ ਨਹੀਂ ਪੁੱਟੀ, ਇਹਦੀ ਜੜ ਇਹਨੇ ਖੁਦ ਨੇ ਪੁੱਟੀ ਹੈ। ਗੁਰੂ ਕੇ ਸਿੱਖਾਂ ਨੇ ਇਸ ਗੱਲ ਦਾ ਬੜਾ ਬੁਰਾ ਮਨਾਇਆ। ਇੱਥੇ ਉਸ ਵੇਲੇ ਵਡਭਾਗ ਸਿੰਘ ਸੀ। ਇੱਕ ਪਲ ਮੈਂ ਇਹ ਵੀ ਲਵਾਂ, ਇਹਦੇ ਨਾਲ ਬੇਇਨਸਾਫੀ ਨਾ ਕਰੀਏ ਆਪਾਂ। ਵਡਭਾਗ ਸਿੰਘ ਧੀਰ ਮੱਲ ਦੀ ਕੁੱਲ ਵਿੱਚੋਂ ਹੈ। ਇਹ ਗੁਰਦਿੱਤੇ ਦੀ ਕੁੱਲ ਵਿੱਚੋਂ ਹੈ, ਬਾਬਾ ਗੁਰਦਿੱਤਾ ਜੀ ਦੀ ਕੁੱਲ ਵਿੱਚੋਂ ਹੈ। ਆਪਾਂ ਬਹੁਤਾ ਪਿਛੋਕੜ ਚ ਨਹੀਂ ਜਾ ਸਕਦੇ। ਇਹ ਉਸ ਵੇਲੇ ਕਰਤਾਰਪੁਰ ਸਾਹਿਬ ਸੀ। ਕਰਤਾਰਪੁਰ ਸਾਹਿਬ ਦੇ ਵਿੱਚ ਉਹਨਾਂ ਜਹਾਨ ਖਾਨ ਦੀਆਂ ਫੌਜਾਂ ਨੇ ਇਹਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਤੇ ਤਸ਼ੱਦਦ ਕੀਤਾ ਤੇ ਇਹਦੇ ਨਾਲ ਦੇ ਜਿਹੜੇ ਚੇਲੇ ਸਨ, ਉਹਨਾਂ ਨੇ ਕਿਸੇ ਤਰ੍ਹਾਂ ਕੋਈ ਵਿਉਂਤ ਬਣਾਈ। ਇਹ ਉਹਨਾਂ ਦੀ ਜੇਲ੍ਹ ਵਿੱਚੋਂ ਭੱਜ ਗਿਆ। ਜੇਲ੍ਹ ਵਿੱਚੋਂ ਭੱਜ ਕੇ ਇਹਨੇ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਮੌੜ ਮੰਡੀ, ਉੱਥੇ ਜਾ ਕੇ ਆਪਣਾ ਡੇਰਾ ਬਣਾ ਲਿਆ। ਪਹਿਲਾਂ ਜਾ ਕੇ ਬੈਠਿਆ ਹੀ ਸੀ ਤੇ ਉਸ ਵੇਲੇ ਡਰਿਆ ਹੋਇਆ ਇਕਾਂਤਵਾਸ ਜੰਗਲ ਦੇ ਵਿੱਚ ਜਾ ਕੇ ਬੈਠ ਗਿਆ। ਤੇ ਉੱਥੇ ਕੁਝ ਆਜੜੀ ਇੱਜੜ ਚਾਰਦੇ ਸਨ, ਗਾਵਾਂ ਮੱਝਾਂ ਜਾਂ ਬੱਕਰੀਆਂ ਚਾਰਦੇ ਸਨ, ਭੇਡਾਂ ਚਾਰਦੇ ਸਨ। ਉਹਨਾਂ ਨੇ ਇਹਨੂੰ ਆਖਿਆ ਵੀ ਤੂੰ ਇਸ ਦਰਖਤ ਦੇ ਥੱਲੇ ਨਾ ਬੈਠ, ਕਿਉਂਕਿ ਇਸ ਦਰਖਤ ਦੇ ਥੱਲੇ ਭੂਤ ਨੇ। ਤੇ ਇਹਨੇ ਆਖਿਆ ਵੀ ਕੋਈ ਗੱਲ ਨਹੀਂ। ਇਹਨੂੰ ਐ ਲੱਗਿਆ ਵੀ ਇੱਥੇ ਸ਼ਾਇਦ ਲੋਕ ਡਰਦੇ ਨਾ ਆਉਣ। ਇਹ ਉੱਥੇ ਬੈਠਾ ਰਿਹਾ ਤੇ ਲੋਕਾਂ ਦੇ ਵਿੱਚ ਇੱਕ ਚਰਚਾ ਫੈਲ ਗਈ ਵੀ ਜਿਹੜਾ ਆਹ ਬੰਦਾ ਭੂਤਾਂ ਤੋਂ ਨਹੀਂ ਨਾ ਡਰਿਆ, ਇਹਦੇ ਉੱਤੇ ਭੂਤਾਂ ਦਾ ਅਸਰ ਨਹੀਂ ਹੈ। ਉਸੇ ਵੇਲੇ ਉਸ ਤੋਂ ਬਾਅਦ ਉਹਦਾ ਉੱਥੇ ਡੇਰਾ ਚੱਲ ਗਿਆ ਤੇ ਮੁੜ ਕੇ ਉਸ ਡੇਰੇ ਦੇ ਨਾਂ ਦੇ ਉੱਤੇ ਅੱਜ ਬਹੁਤ ਭੁੱਲੜ ਲੋਕ ਨੇ, ਜਿਹੜੇ ਖਾਸ ਕਰਕੇ ਮੈਂ ਸਿੱਖਾਂ ਨੂੰ ਬੇਨਤੀ ਕਰਾਂ, ਇਹ ਵਡਭਾਗ ਸਿੰਘ ਗੁਰੂ ਘਰ ਤੋਂ ਦੁਰਕਾਰਿਆ ਹੋਇਆ। ਵਡਭਾਗ ਸਿੰਘ ਨਾਲ ਗੁਰੂ ਘਰ ਦੀ ਸਾਂਝ ਕੋਈ ਨਹੀਂ ਹੈ, ਕਿਉਂਕਿ ਧੀਰ ਮੱਲੀਏ ਦੁਰਕਾਰੇ ਹੋਏ ਸਨ। ਤੇ ਇਹ ਵਡਭਾਗ ਸਿੰਘ ਨੇ ਉੱਥੇ ਡੇਰਾ ਬਣਾ ਕੇ ਅੱਜ ਵੀ ਉੱਥੇ ਲੋਕਾਂ ਦੇ ਮਨਾਂ ਵਿੱਚ ਇੱਕ ਭਰਮ ਹੈ ਵੀ ਇੱਥੇ ਆ ਕੇ ਤੇ ਜਿਹੜੇ ਭੂਤ ਪ੍ਰੇਤ ਨੇ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਰੱਬ ਦੀ ਬਾਣੀ ਪੜ੍ਹਨ ਵਾਲੇ ਉੱਤੇ ਕਿਸੇ ਚੀਜ਼ ਦਾ ਵੀ ਅਸਰ ਨਹੀਂ ਹੁੰਦਾ। ਛੱਡ ਦਿਓ ਜਿਹੜੇ ਟੀਵੀ ਤੇ ਤੁਹਾਨੂੰ ਮੋਤੀ ਪਾਉਂਦੇ ਨੇ ਨਾ, ਇਹ ਪਤਾ ਨਹੀਂ ਕੀ ਉਹਨੂੰ ਕਹਿੰਦੇ, ਸਟੋਨ ਪਾਉਂਦੇ ਨੇ, ਉਹਨਾਂ ਨੂੰ ਛੱਡ ਦਿਓ। ਉਹਨਾਂ ਦੇ ਆਖਿਆ ਕੁਝ ਵੀ ਨਹੀਂ ਜੇ ਬਣਨਾ। ਆ ਤੁਸੀਂ ਰੋਜ਼ ਦੇਖਦੇ ਹੋ ਜਿਹੜੇ ਇੱਛਾਧਾਰੀ ਬਣੇ ਬੈਠੇ ਸਨ, ਉਹਨਾਂ ਦਾ ਹਾਲ ਕੀ ਹੁੰਦਾ। ਤੁਸੀਂ ਹੁਣ ਤੇ ਜਾਗੋ, ਹੁਣ ਤੇ ਜਾਗੋ। ਮੈਂ ਬੇਨਤੀ ਕਰਾਂ, ਤੁਹਾਡੇ ਸਾਹਮਣੇ ਸਭ ਕੁਝ ਦਿਖਾ ਰਿਹਾ ਤੁਹਾਨੂੰ ਗੁਰੂ ਕਲਾ ਵਰਤਾ ਕੇ। ਲੇਕਿਨ ਅਸੀਂ ਨਹੀਂ ਹਟਦੇ। ਜਦੋਂ ਵੀ ਮੈਦਾਨ ਕੋਈ ਖਾਲੀ ਹੁੰਦਾ, ਕੋਈ ਨਵਾਂ ਆ ਜਾਂਦਾ, ਫਿਰ ਉਹਦੇ ਮਗਰ ਤੁਰ ਜਾਂਦੇ, ਪਰ ਤੁਰਦੇ ਕਿਸੇ ਦਾ ਪੱਲਾ ਪਕੜ ਕੇ ਹੀ ਹੈ, ਗੁਰੂ ਦਾ ਪੱਲਾ ਨਹੀਂ ਪਕੜਦੇ। ਖੈਰ, ਜਿਹੜੀ ਬੇਨਤੀ ਕਰ ਰਿਹਾ ਸਾਂ, ਫਿਰ ਮੈਂ ਉਸੇ ਪਾਸੇ ਵੱਲ ਆਵਾਂ। ਵਡਭਾਗ ਸਿੰਘ ਦੇ ਕੁਝ ਭੁੱਲੜ ਰੁਕ ਜਾਂਦੇ ਨੇ, ਪਰ ਇਹ ਦੁਰਕਾਰਿਆ ਹੋਇਆ।
ਇਸੇ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਸ਼ਾਇਦ ਆਪ ਨੂੰ ਯਾਦ ਹੋਵੇਗਾ, ਬਾਬੇ ਧੀਰਮਲ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੀ, ਜਿਹੜਾ ਭਾਈ ਗੁਰਦਾਸ ਜੀ ਨੇ ਪਹਿਲੀ ਵਾਰੀ ਲਿਖਿਆ ਸੀ। ਰਾਮਸਰ ਦੇ ਕੰਢੇ ਬੈਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 974 ਉਹਦੇ ਪਵਿੱਤਰ ਅੰਗ ਸਨ, ਤੇ ਉਹ ਸਰੂਪ ਇੱਥੇ ਧੀਰਮਲ ਦੇ ਕੋਲ ਸੀ। ਧੀਰਮਲ ਆਪਣੇ ਬਾਪੂ ਦੇ ਚਲਾਣੇ ਤੇ ਵੀ ਸ਼੍ਰੀ ਕੀਰਤਪੁਰ ਸਾਹਿਬ ਨਹੀਂ ਸੀ ਗਿਆ, ਕਿਉਂਕਿ ਉਦੋਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਸਨ। ਜਦੋਂ ਬਾਬਾ ਗੁਰਦਿੱਤਾ ਚੜ੍ਹਾਈ ਕੀਤਾ, ਬਾਬੇ ਗੁਰਦਿੱਤੇ ਦੀ ਔਲਾਦ ਹੈ, ਤੇ ਉਦੋਂ ਉੱਥੇ ਨਹੀਂ ਸੀ ਗਿਆ ਵੀ ਕਿਤੇ ਮੇਰੇ ਕੋਲ ਮਹਾਰਾਜ ਦਾ ਸਰੂਪ ਨਾ ਲੈ ਲੈਣ। ਇਹ ਉੱਥੇ ਹੀ ਰਿਹਾ। ਤੇ ਉਸ ਸਮਿਆਂ ਦੇ ਵਿੱਚ, ਹੁਣ ਗੱਲ ਚੇਤਾ ਰੱਖਿਓ ਜੇ ਮੈਂ ਬੇਨਤੀ ਕਰਾਂ, ਉਸ ਵੇਲੇ ਕਰਤਾਰਪੁਰ ਸਾਹਿਬ ਦੇ ਵਿੱਚ ਉਹ ਪਹਿਲੀ ਬੀੜ ਵੀ ਅਗਨ ਭੇਟ ਹੋਈ ਮੰਨੀ ਜਾਂਦੀ ਹੈ। ਮੰਨੀ ਜਾਂਦੀ ਹੈ, ਇਹਦਾ ਕੋਈ ਪ੍ਰੂਫ ਨਹੀਂ ਹੈ ਸਾਡੇ ਕੋਲ। ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਜਿਹੜੀ ਤੀਰ ਮੱਲੀਆਂ ਕੋਲ ਹੁਣ ਬੀੜ ਹੈ ਨਾ, ਇਹ ਅਸਲ ਵਿੱਚ ਭਾਈ ਬੰਨੋ ਵਾਲੀ ਬੀੜ ਦੀ ਨਕਲ ਹੈ। ਮੈਂ ਬਹੁਤ ਵਾਰੀ ਜਦੋਂ ਵੀ ਇਹ ਮਸਲਾ ਆਇਆ 19 ਵਾਰੀ ਮੈਂ ਇਹੋ ਕਹਿ ਕੇ ਚਲਾ ਗਿਆ ਵੀ ਬੀੜਾਂ ਦਾ ਵੀ ਇੱਕ ਬਹੁਤ ਵੱਡਾ ਇਤਿਹਾਸ ਹੈ। ਕਿਤੇ ਵਕਤ ਮਿਲਿਆ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ, ਕਿਉਂਕਿ ਕਿਵੇਂ ਕਿਵੇਂ ਮਹਾਰਾਜ ਦੇ ਸਰੂਪ ਸਾਡੇ ਤੋਂ ਵਿਛੜੇ ਤੇ ਅਸੀਂ ਉਹ ਨਹੀਂ ਸੰਭਾਲ ਕਰ ਸਕੇ। ਇਸ ਲਈ ਧੀਰ ਮੱਲੀਆਂ ਨੇ ਜਿਹੜੀ ਹੁਣ ਬੀੜ ਰੱਖੀ ਹੋਈ ਆ, ਹੋ ਸਕਦਾ ਹੈ ਉਹ ਭਾਈ ਬੰਨੋ ਦੀ ਉਹਦੀ ਉਤਾਰਾ ਹੋਵੇ, ਗੱਲ ਵੱਖਰੀ ਹੈ। ਉਸ ਵੇਲੇ ਵੀ ਸ਼ਾਇਦ ਆਪ ਨੂੰ ਪਤਾ ਹੋਵੇ ਵੀ ਕੁਝ ਸਮਾਂ ਪਹਿਲਾਂ ਇੱਕ ਮਹਾਰਾਜ ਸਰੂਪ ਅਗਨ ਭੇਟ ਹੋਇਆ ਸੀ, ਜਦੋਂ 1740 ਦਾ ਘੱਲੂਘਾਰਾ ਹੋਇਆ ਸੀ। ਉਦੋਂ ਮੈਂ ਤੁਹਾਡੇ ਨਾਲ ਜ਼ਿਕਰ ਕਰ ਚੁੱਕਾ ਹੋਇਆ ਵਾਂ। ਉਦੋਂ ਵੀ ਇੱਕ ਮਹਾਰਾਜ ਦਾ ਸਰੂਪ ਅਗਨ ਭੇਟ ਹੋਇਆ ਸੀ। ਇਹ ਦੂਜੀ ਵਾਰੀ ਅਗਨ ਭੇਟ ਹੋਇਆ। ਉਦੋਂ 1757 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਕਹਿਰ ਕਰਕੇ ਮੈਂ ਵਾਪਸ ਪਰਤ ਗਿਆ, ਤੇ ਉਹਦੇ ਬੰਦਿਆਂ ਨੇ, ਜਹਾਨ ਖਾਨ ਨੇ ਤੇ ਤੈਮੂਰ ਸ਼ਾਹ ਨੇ ਕਰਤਾਰਪੁਰ ਸਾਹਿਬ ਨੂੰ ਉਜਾੜਿਆ, ਤੇ ਇੱਥੋਂ ਕੁਝ ਇਹੋ ਜਿਹੇ ਭਾਣੇ ਵਰਤੇ। ਇਸ ਤੋਂ ਬਾਅਦ ਸਿੱਖੀ ਕਿਵੇਂ ਆਪਣੇ ਕਦਮਾਂ ਤੇ ਤੁਰ ਕੇ ਅਗਲਾ ਇਤਿਹਾਸ ਸਿਰਜਦੀ ਹੈ, ਇਹ ਆਪਾਂ ਕੱਲ ਰੋਜ਼ ਵਿਚਾਰ ਸਾਂਝੀ ਕਰਾਂਗੇ। ਮੇਰੀ ਬੜੀ ਕੋਸ਼ਿਸ਼ ਹੁੰਦੀ ਹੈ ਵੀ ਇਤਿਹਾਸਕ ਪੰਨੇ ਹੀ ਤੁਹਾਡੇ ਨਾਲ ਸਾਂਝੇ ਕਰਾਂ, ਪਰ ਕਈ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਸਿੱਖੀ ਨੂੰ ਡਾਕਾ ਪੈ ਰਿਹਾ ਹੈ, ਉਹ ਵੀ ਤੁਹਾਡੇ ਨਾਲ ਮੈਂ ਸਾਂਝ ਪਾਉਣਾ ਵਕਤ ਬਾ ਵਕਤ। ਮੈਨੂੰ ਇਸ ਗੱਲੋਂ ਮਾਫ ਕਰ ਦਿਓ। ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਸਿੱਖੀ ਦੇ ਵਿਰਸੇ ਨੂੰ ਸੰਭਾਲੀਏ। ਇਹੋ ਜਿਹਾ ਇਤਿਹਾਸ ਦੁਨੀਆ ਕੋਲ ਨਹੀਂ ਹੈ, ਇਹੋ ਜਿਹਾ ਇਤਿਹਾਸ ਦੁਨੀਆ ਕੋਲ ਨਹੀਂ ਹੈ। ਇਹ ਮਹਾਨ ਸੂਰਬੀਰਾਂ ਦੀ ਕੁਰਬਾਨੀ ਹੈ। ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝਾ ਕਰਦਾ ਰਹਾਂਗਾ। ਭੁੱਲਾਂ ਦੀ ਖਿਮਾ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।